ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ ਕਿ ਮਹਾਰਾਜ ਨੇ ਸ਼ਾਮ ਦੇ ਸਮੇਂ ਆਪਾਂ ਨੂੰ ਆਪਣੇ ਦਰ ਘਰ ਦੀ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਆ ਹੈ। ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ। ਬਹੁਤ ਹੀ ਸਤਿਕਾਰਯੋਗ ਦੂਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਅੰਸ਼ ਵੰਸ਼ ਉਹਨਾਂ ਦੀ 12ਵੀਂ ਪਰਿਵਾਰਕ ਪੀੜ੍ਹੀ ਦੇ ਵਿੱਚੋਂ ਜੋ ਅਤਿ ਸਤਿਕਾਰਯੋਗ ਸ੍ਰੀਮਾਨ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਜੋ ਇਹ 10 ਪਾਤਸ਼ਾਹੀਆਂ ਦੇ ਇਤਿਹਾਸਿਕ ਗ੍ਰੰਥ ਸ੍ਰੀ ਗੁਰਪੁਰਬ ਪ੍ਰਕਾਸ਼, ਜਿਸ ਦੀ ਗੁਰਮੁਖੋਂ ਲੜੀਵਾਰ ਜੋ ਕਥਾ ਹੈ ਉਹ ਆਰੰਭ ਹੋਈ ਹੈ। ਉਹ ਲੜੀ ਤਹਿਤ ਕੱਲ ਆਪਾਂ ਜੋ ਪਹਿਲੇ ਮਹੱਲੇ ਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਪ੍ਰਸੰਗ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਮੰਗਲਾਚਰਨ ਜੋ ਸੰਤਰੇਣ ਜੀ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਪਰਮੇਸ਼ਰ ਦਾ, ਫਿਰ ਗੁਰਮੁਖੋਂ 10 ਪਾਤਸ਼ਾਹੀਆਂ ਦਾ ਮੰਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਗੁਰੂ ਮਹਾਰਾਜ ਦੇ ਦਰ ਘਰ ਦੇ ਸੰਤ ਗੁਰਮੁਖਾਂ ਪੰਥ ਖਾਲਸੇ ਦਾ ਮੰਗਲ ਕੀਤਾ ਹੈ। ਉਪਰੰਤ ਫਿਰ ਦੱਸਿਆ ਕਿ ਬਾਬਾ ਪ੍ਰੇਮ ਸਿੰਘ ਜੀ ਬੇਦੀ ਵੰਸ਼ ਵਿੱਚੋਂ ਜੋ ਕਿ ਉਹਨਾਂ ਆ ਕੇ ਸਾਨੂੰ ਕਿਹਾ, ਜੋ ਸਾਡੇ ਕਹਿੰਦੇ ਗੁਰ ਭਾਈ ਸਨ, ਭਾਵ ਇਕੱਠੇ ਵਿਦਿਆ ਪੜ੍ਹੇ ਸੰਤ ਅਮੀਰ ਸਿੰਘ ਜੀ ਤੋਂ। ਉਹ ਕਹਿਣ ਲੱਗੇ ਵੀ ਇਹ ਸੰਤਰੇਣ ਪ੍ਰੇਮ ਸਿੰਘ ਜੀ, ਤੁਸੀਂ ਜਿਹੜੀ ਕਥਾ ਹੈ ਉਹ ਇਸ ਤਰ੍ਹਾਂ ਸਾਨੂੰ ਸੁਣਾਓ ਗੁਰੂ ਮਹਾਰਾਜ ਦੇ ਜੀਵਨ ਪ੍ਰਸੰਗ। ਤਾਂ ਉਸ ਸਮੇਂ ਫਿਰ ਅਸੀਂ ਦੱਸਿਆ ਵੀ ਅਸੀਂ ਹੁਣ ਆਹ ਗ੍ਰੰਥ ਦਾ ਨਾਂ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਰੱਖਿਆ ਹੈ। ਤਾਂ ਉਹ ਕਹਿਣ ਲੱਗੇ ਵੀ ਇਹਦਾ ਅਰਥ ਦੱਸੋ ਕੀ ਹੈ। ਇਹ ਦੱਸਿਆ ਗੁਰਪੁਰ
ਪੌਰਪੁਰੀ ਨੂੰ ਕਹਿੰਦੇ ਆ ਵੀ ਮਾਨੋ ਇੱਕ ਜਿਹੜਾ ਗ੍ਰੰਥ ਹੈ ਇੱਕ ਸ਼ਹਿਰ ਦੇ ਤਰ੍ਹਾਂ ਹੈ ਤੇ ਇਹਦੇ ਵਿੱਚ 10 ਮਹੱਲੇ 10 ਪਾਤਸ਼ਾਹੀਆਂ ਦਾ ਇਤਿਹਾਸ। ਇਹ ਜਾਣੋ ਕਿ ਇਸ ਸ਼ਹਿਰ ਦੇ 10 ਮਹੱਲੇ ਨੇ। ਫਿਰ ਮਹੱਲਿਆਂ ਦੇ ਵਿੱਚ ਜਿਵੇਂ ਘਰ ਹੁੰਦੇ ਆ, ਇਹ ਜਿਹੜੇ ਪ੍ਰਸੰਗ ਆਉਣਗੇ ਹਰੇਕ ਮਹੱਲੇ ਦੇ ਵਿੱਚ ਉਹ ਜਾਣੋ ਕਿ ਘਰ ਹਨ। ਇਸ ਤਰ੍ਹਾਂ ਉਹਨਾਂ ਦਾ ਜਿਹੜਾ ਸ਼ੰਕਾ ਨਿਵਰਤ ਕੀਤਾ। ਫਿਰ ਬਾਬਾ ਪ੍ਰੇਮ ਸਿੰਘ ਜੀ ਬੇਦੀ ਕਹਿਣ ਲੱਗੇ ਵੀ ਸੰਤ ਨੈਣ ਪ੍ਰੇਮ ਸਿੰਘ ਜੀ ਵੀ ਇੱਕ ਸ਼ੰਕਾ ਇਹ ਵੀ ਹੈ ਕਿ ਗ੍ਰੰਥ ਦਾ ਅਨੁਬੰਧ ਦੱਸੋ। ਅਨੁਬੰਧ ਭਾਵ ਆਪਾਂ ਕੱਲ ਵਿਚਾਰ ਕੀਤੀ ਸੀ ਕਿ ਅਨੁਬੰਧ ਕਹਿੰਦੇ ਨੇ ਉਹ ਗੱਲ ਭਾਵ ਕਿ ਵੀ ਜੋ ਜਗਿਆਸੂ ਨੂੰ ਇਹਦੇ ਵਿੱਚ ਜੋੜ ਕੇ ਰੱਖੇ। ਸੁਣਨ ਵਾਲੇ ਜਗਿਆਸੂ ਪ੍ਰਤੀ, ਪੜ੍ਹਨ ਵਾਲੇ ਜਗਿਆਸੂ ਪ੍ਰਤੀ ਇੱਕ ਰਸ ਬਿਰਤੀ ਜਿਹੜੀ ਹੈ ਜੁੜੇ, ਭਾਵ ਇਹਦੇ ਵਿੱਚ ਖਿੱਚ। ਤੇ ਉਹ ਕੀ ਹੈ? ਹੁਣ ਦੱਸਿਆ ਕਿ ਜੋ ਅਨੁਬੰਧ ਹੈ ਉਹ 4 ਤਰ੍ਹਾਂ ਦਾ ਹੁੰਦਾ ਹੈ। ਇੱਕ ਤਾਂ ਪਹਿਲਾਂ ਹੁੰਦਾ ਹੈ ਵੀ ਅਧਿਕਾਰੀ ਕੌਣ ਹੈ। ਇਸ ਦਾ ਭਾਈ ਅਧਿਕਾਰੀ ਹੈ ਜਿਹੜੇ ਸਤਨਾਮ ਦੇ ਉਪਦੇਸ਼ੀ ਨੇ, ਇੱਕ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣ ਵਾਲੇ ਜੋ ਸੱਚੇ ਨਾਮ ਦੇ ਉਪਦੇਸ਼ੀ ਹੈ, ਉਹ ਭਾਈ ਇਹਦੇ ਅਧਿਕਾਰੀ ਨੇ। ਦੂਜਾ ਅਨੁਬੰਧ ਦਾ ਭਾਗ ਹੁੰਦਾ ਹੈ ਕਿ ਇਹਦਾ ਵਿਸ਼ਾ ਕੀ ਹੈ, ਵਿਸ਼ਾ ਵਸਤੂ। ਉਹ ਸੰਤ ਨੈਣ ਜੀ ਕਹਿੰਦੇ ਵੀ ਗੁਰੂ ਦੀ ਮਹਿਮਾ ਹੈ ਇਹਦੇ ਵਿੱਚ। ਤੇ ਪ੍ਰਯੋਜਨ ਮਹਿਮਾ ਦਾ ਕੀ ਹੈ ਕਿ ਜੋ ਪੜ੍ਹੇ ਸੁਣੇ ਉਹਦੇ ਅੰਦਰੋਂ ਪਾਪਾਂ ਵਿਕਾਰਾਂ ਦੀ ਮੈਲ ਦੂਰ ਹੋਵੇ। ਫਿਰ ਤੀਜਾ ਹੁੰਦਾ ਪ੍ਰਤਿਪਾਦਕ ਪ੍ਰਤਿਪਾਦਿਅਤਾ। ਇਹ ਹੁੰਦਾ ਹੈ ਵੀ ਪ੍ਰਤਿਪਾਦਕ ਭਾਵ ਗੁਰੂ ਪ੍ਰਤਿਪਾਦਕ ਕਥਨ ਕੋ ਕਰਨ ਯੋਗ ਜੋ ਬ੍ਰਹਮ ਹੈ। ਇਹ ਗੁਰੂ ਮਹਾਰਾਜ ਨਾਲ ਸੰਬੰਧਿਤ, ਇਹ ਗੁਰੂ ਨਾਲ ਸੰਬੰਧਿਤ ਇਹ ਗ੍ਰੰਥ ਹੈ। ਸੰਬੰਧ ਕਿਹਦੇ ਨਾਲ ਹੈ ਗ੍ਰੰਥ ਦਾ? ਇਹ ਤੀਜਾ ਅਨੁਬੰਧ ਦਾ ਭਾਗ ਹੁੰਦਾ ਹੈ ਕਿ ਇਹਦਾ ਸੰਬੰਧ ਕਿਹਦੇ ਨਾਲ ਹੈ? ਗੁਰੂ ਤੇ ਪ੍ਰਾਪਤ ਕਰਨ ਯੋਗ ਜੋ ਬ੍ਰਹਮ ਹੈ ਉਸ ਨਾਲ ਸੰਬੰਧਿਤ, ਇਹ ਗੁਰੂ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਹੈ। ਤੇ ਚੌਥਾ ਫਿਰ ਜਿਹੜਾ ਅਨੁਬੰਧ ਦਾ ਭਾਗ ਹੁੰਦਾ ਪ੍ਰਾਪਕਤਾ ਕਹਿਤ ਹੈ ਫਲ ਅਧਿਕ੍ਰਿਤ ਕੋ ਫੰਦ। ਪ੍ਰਾਪ ਕਹਿੰਦੇ ਨੇ ਪ੍ਰਾਪਤ ਹੋਣ ਯੋਗ, ਤੇ ਪ੍ਰਾਪਕਤਾ ਕਹਿੰਦੇ ਆ ਜਿਹੜਾ ਜਿਹਨੇ ਪ੍ਰਾਪਤ ਕਰਨਾ ਹੈ ਉਹ ਜਗਿਆਸੂ। ਵੀ ਇਹਦੇ ਵਿੱਚੋਂ ਪ੍ਰਾਪਤ ਹੋਣ ਯੋਗ ਵਸਤੂ ਕੀ ਹੈ ਤੇ ਪ੍ਰਾਪਤ ਕਰਨ ਵਾਲੇ ਜਗਿਆਸੂ ਨੂੰ ਮਿਲੂ ਕੀ? ਇਹ ਚੌਥਾ ਅਨੁਬੰਧ ਹੈ, ਉਹ ਹੈ ਭਾਈ ਗਿਆਨ। ਤੇ ਸੰਤ ਨੈਣ ਜੀ ਕਹਿੰਦੇ ਗਿਆਨ ਦੀ ਜਿਹੜੀ ਹੈ ਉਹ ਪ੍ਰਾਪਤੀ ਹੋਵੇਗੀ। ਅਧਿਕ੍ਰਿਤ ਕੋ ਫੰਦ, ਫਲ ਅਧਿਕ੍ਰਿਤ ਕੋ ਫੰਦ। ਇਸ ਕਰਕੇ ਗਿਆਨ ਜਿਹੜਾ ਹੈ ਉਹ ਅਧਿਕਾਰੀ ਪੁਰਸ਼ ਨੂੰ ਜਿਹੜਾ ਹੈ ਜਗਿਆਸੂ ਨੂੰ, ਜੋ ਪ੍ਰਾਪਤ ਹੋਣ ਯੋਗ ਵਸਤੂ ਪ੍ਰਾਪਤ ਕਰਨ ਵਾਲੇ ਜਗਿਆਸੂ ਨੂੰ ਗਿਆਨ ਦੀ ਅਧਿਕਾਰੀ ਨੂੰ ਪ੍ਰਾਪਤੀ ਹੋਊਗੀ। ਇਸ ਤਰ੍ਹਾਂ ਇਸ ਜਿਹੜਾ ਹੈ ਅਨੁਬੰਧ ਦੇ 4 ਭਾਗ ਦੱਸੇ। ਇੱਥੇ ਤੱਕ ਆਪਾਂ ਕੱਲ ਕਥਾ ਸਰਵਣ ਕੀਤੀ। ਆਓ ਇਸ ਤੋਂ ਅੱਗੇ ਪ੍ਰੇਮ ਤੇ ਸਤਿਕਾਰ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨਬੰਧ ਸੁਨ ਪੁਨ ਕਹਿਤ ਭਾ ਅਬ ਸ਼ੁਭ ਕਥਾ ਸੁਨਾਏ। ਫਿਰ ਬਾਬਾ ਪ੍ਰੇਮ ਸਿੰਘ ਜੀ ਬੇਦੀ ਕਹਿਣ ਲੱਗੇ ਵੀ ਹੇ ਸੰਤ ਨੈਣ ਪ੍ਰੇਮ ਸਿੰਘ ਜੀ, ਅਨਬੰਧ ਸੁਣ ਕੇ ਉਹਨਾਂ ਨੇ ਪੁਨ ਕਹਿਤ ਭਾ। ਸੰਤ ਨੈਣ ਪ੍ਰੇਮ ਸਿੰਘ ਜੀ ਕਹਿੰਦੇ ਉਹਨਾਂ ਨੇ ਫਿਰ ਸਾਨੂੰ ਇਹ ਕਿਹਾ ਵੀ ਹੁਣ ਸਾਨੂੰ ਅਨਬੰਧ ਦਾ ਪਤਾ ਲੱਗ ਗਿਆ, ਹੁਣ ਜੋ ਅੱਗੇ ਸ਼ੁਭ ਕਥਾ ਹੈ ਉਹ ਤੁਸੀਂ ਸਾਨੂੰ ਸੁਣਾਓ। ਕਿਹੇ ਕਾਰਨ ਅਵਤਾਰ ਭੈ ਗੁਰ ਨਾਨਕ ਸੁਖਦਾਈ। ਵੀ ਕੀ ਕਾਰਨ ਸੀ ਜੋ ਸੁੱਖਾਂ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਕਲਯੁਗ ਦੇ ਫਿਰ ਸਮੇਂ ਵਿੱਚ
ਅਵਤਾਰ ਧਾਰਿਆ। ਸੁਨਤ ਦਾਸ ਗੁਰ ਧਿਆਨ ਧਰ, ਮਨ ਅਤ ਮੋਦ ਵਡਾਏ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੀ ਬਾਬਾ ਪ੍ਰੇਮ ਸਿੰਘ ਬੇਦੀ ਤੋਂ ਫਿਰ ਇਉਂ ਸੁਣ ਕਰਕੇ ਅਸੀਂ ਸੁਨਤ ਦਾਸ ਗੁਰ ਧਿਆਨ ਧਰ, ਗੁਰੂ ਮਹਾਰਾਜ ਦਾ ਧਿਆਨ ਧਰ ਕੇ ਮਨ ਅਤ ਮੋਦ ਵਡਾਏ, ਮਨ ਦੇ ਵਿੱਚ ਬਹੁਤ ਆਨੰਦ ਵਧਾ ਕਰ ਕਹਿਓ ਕਿ ਪ੍ਰਿਯ ਇਤਿਹਾਸ ਅਬ ਸੁਨ ਸਤਿਗੁਰ ਗਤ ਦਾਏ। ਅਸੀਂ ਇਹ ਕਿਹਾ ਵੀ ਹੈ ਪਿਆਰੇ ਬਾਬਾ ਪ੍ਰੇਮ ਸਿੰਘ ਬੇਦੀ ਜੀ, ਹੁਣ ਉਹ ਇਤਿਹਾਸ ਤੁਸੀਂ ਸਤਿਗੁਰੂ ਦਾ ਜੋ ਗਤਦਾਈ ਮੁਕਤੀ ਦਾ ਤੇ ਸਤਿਗੁਰੂ ਜੀ ਦਾ ਇਤਿਹਾਸ ਸੁਣੋ। ਮਹਿਮਾ ਸ੍ਰੀ ਨਿਰੰਕਾਰ ਕੀ, ਵਰਨ ਸਕੈ ਨਹੀਂ ਕੋਇ। ਕਹਿੰਦੇ ਪਹਿਲੀ ਬਾਤ ਜੋ ਮਹਿਮਾ ਹੈ ਸ੍ਰੀ ਨਿਰੰਕਾਰ ਕੀ, ਮਾयापति, ਸ੍ਰੀ ਦਾ ਅਰਥ ਮਾਇਆ ਵੀ ਹੈ, ਸ੍ਰੀ ਸ਼੍ਰੋਮਣੀ, ਸ੍ਰੀ ਸੁਭਾਏਮਾਨ, ਜੋ ਨਿਰੰਕਾਰ ਹੈ ਮਾयापति ਪਰਮੇਸ਼ਰ ਵਾਹਿਗੁਰੂ ਹੈ, ਉਸ ਦੀ ਜੋ ਮਹਿਮਾ ਵਰਨ ਸਕੈ ਨਹੀਂ ਕੋਈ, ਉਹਨੂੰ ਕੋਈ ਵੀ ਪੂਰਨ ਤੌਰ ਤੇ ਵਰਣਨ ਨਹੀਂ ਕਰ ਸਕਦਾ ਹੈ। ਅਨਰ ਵਚਨੀ ਮਾਇਆ ਜਿਸੈ, ਆਸ਼ਰਤ ਹੈ ਕੈ ਸੋਏ। ਤੇ ਫਿਰ ਉਸ ਦੀ ਜਿਹੜੀ ਮਾਇਆ ਹੈ, ਕਿਉਂਕਿ ਅਕਾਲ ਪੁਰਖ ਨੇ ਇਹ ਜਿਹੜਾ ਸੰਸਾਰ ਹੈ ਇਹ ਆਪਣੀ ਮਾਇਆ ਦੁਆਰਾ ਇਸ ਦੀ ਰਚਨਾ ਕੀਤੀ ਹੈ। ਇਸ ਕਰਕੇ ਜਿਹੜੀ ਮਾਇਆ ਹੈ ਉਹਨੂੰ ਗ੍ਰੰਥਾਂ ਵਿੱਚ ਅਨਰਵਚਨੀ ਕਿਹਾ ਹੈ। ਅਨਰਵਚਨੀ ਦਾ ਭਾਵ ਕੀ ਹੁੰਦਾ ਹੈ? ਜਿਹਦਾ ਪੂਰਨ ਤੌਰ ਤੇ ਕਥਨ ਨਾ ਹੋ ਸਕੇ। ਕਿ ਅਕਾਲ ਪੁਰਖ ਦਾ ਤੇ ਕਥਨ ਕੀ ਹੋਣਾ ਹੈ, ਉਹਦੀ ਰਚੀ ਹੋਈ ਮਾਇਆ ਦਾ ਵੀ ਪੂਰਨ ਤੌਰ ਤੇ ਕਥਨ ਨਹੀਂ ਹੋ ਸਕਦਾ। ਐਸੀ ਜੋ ਉਹਦੀ ਅਨਰਵਚਨੀ ਮਾਇਆ ਜਿਸੈ ਆਸ਼ਰਿਤ ਹੋਇ ਕੈ ਸੋਏ, ਤੇ ਜੋ ਅਕਾਲ ਪੁਰਖ ਦੇ ਆਸਰੇ ਹੋ ਕੇ, ਉਸ ਪ੍ਰਮਾਤਮਾ ਦੇ ਆਸਰੇ ਹੋ ਕੇ, ਉਹਦੀ ਅਧੀਨਗੀ ਵਿੱਚ ਹੋ ਕਰਕੇ ਹੀ ਚੌਪਈ ਇੱਕ ਕਵਾਓ ਤੇ ਕੀਆ ਪਸਾਓ। ਅਕਾਲ ਪੁਰਖ ਨੇ ਫਿਰ ਇੱਕ ਬਚਨ ਕੀਤਾ। ਕਿਹੜਾ ਬਚਨ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਪਰਮੇਸ਼ਰ ਨੇ ਕਿਹੜਾ ਸ਼ਬਦ ਉਚਾਰਿਆ ਜਿਹਦੇ ਨਾਲ ਸ੍ਰਿਸ਼ਟੀ ਦੀ ਹੋਂਦ ਰਚੀ ਗਈ। ਉਹ ਸ਼ਬਦ ਹੈ ਓੰਕਾਰ। ਗੁਰਬਾਣੀ ਵਿੱਚ ਆਉਂਦਾ ਨਾ, ਓੰਕਾਰ ਕੀਆ ਉਤਪਤ, ਜਿਹੜਾ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਇਹ ਆਪਾਂ ਪੜ੍ਹਦੇ ਹਾਂ ਰੋਜ਼ ਬਾਣੀ। ਉਸੇ ਭਾਵ ਨੂੰ ਹੀ ਇਤਿਹਾਸ ਵਿੱਚ ਸੰਤ ਰੇਣ ਪ੍ਰੇਮ ਸਿੰਘ ਜੀ ਕਹਿਣ ਲੱਗੇ, ਦੱਸ ਰਹੇ ਨੇ ਕਿ ਪਰਮੇਸ਼ਰ ਨੇ ਇੱਕ ਕਵਾਓ ਤੇ ਕੀਆ ਪਸਾਓ। ਇੱਕ ਆਪਣੇ ਭਾਈ ਕਵਾਓ ਕਹੀਏ ਬਚਨ ਤੋਂ ਇਹ ਸੰਸਾਰ ਦਾ ਪਸਾਰਾ ਕੀਤਾ। ਹੋਤ ਭਏ ਲੱਖੋਂ ਦਰਿਆਓ। ਤੇ ਉਸੇ ਤੋਂ ਹੀ ਫਿਰ ਅੱਗੇ ਇਹ ਧਰਤੀ ਦੀ ਰਚਨਾ ਹੋ ਗਈ, ਸ੍ਰਿਸ਼ਟੀ ਰਚੀ ਗਈ, ਔਰ ਲੱਖਾਂ ਦਰਿਆ ਜਿਹੜੇ ਹੈ ਉਹ ਹੋ ਗਏ। ਕੁਦਰਤ ਕਾ ਕਛ ਪਰੈ ਨ ਪਾਰਾ। ਤੇ ਉਸ ਪਰਮੇਸ਼ਰ ਦੀ ਇਹ ਬਣਾਈ ਹੋਈ ਕੁਦਰਤ, ਇਹਦਾ ਵੀ ਕੋਈ ਪਾਰਾਵਾਰ ਨਹੀਂ ਪੈਂਦਾ ਹੈ। ਸ੍ਰਿਸ਼ਟ ਭਈ ਤਬ ਬਹੁ ਪ੍ਰਕਾਰਾ। ਇਉਂ ਵਾਹਿਗੁਰੂ ਦੇ ਹੁਕਮ ਵਿੱਚ ਇਹ ਬਹੁਤ ਪ੍ਰਕਾਰ ਦੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਪੈਦਾ ਹੋ ਗਈ। ਖਾਣੀ ਚਾਰ ਅੰਤ ਨਹਿ ਆਵਹਿ। ਤੋ ਚਾਰ ਖਾਣੀਆਂ ਅੰਡਜ ਜੇਰਜ ਸੇਤ ਜੋਤ ਭੁਜ। ਅੱਗੇ ਤੋਂ ਕਿੰਨੀਆਂ ਹੀ ਹੋਰ ਉਪ ਖਾਣੀਆਂ ਬਣ ਗਈਆਂ। ਅਨਕ ਜਿਹੜਾ ਅਨੇਕਾਂ ਹੀ ਜੋ ਜਿਹਦਾ ਕੋਈ ਅੰਤ ਨਹੀਂ ਆਉਂਦਾ। ਨੇਤ ਨੇਤ ਜਿਹੇ ਵੇਦ ਬਤਾਵਹਿ।
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਨੂੰ ਵੇਦ ਵੀ ਨੇਤ ਨੇਤ ਨੇਤੀ ਨੇਤੀ ਬੇਅੰਤ ਹੀ ਬੇਅੰਤ ਕਹਿੰਦੇ ਹਨ। ਓੜਕ ਭਾਲ ਥਕੇ ਨਹਿ ਆਇਓ। ਇਹ ਸੰਸਾਰ ਦਾ ਬ੍ਰਹਮਾ ਵੀ ਅੰਤ ਭਾਲਦਾ, ਓੜਕ ਭਾਲਦਾ ਭਾਲਦਾ ਥੱਕ ਗਿਆ। ਉਹਦੀ ਰਚੀ ਹੋਈ ਕੁਦਰਤ ਦਾ ਕੋਈ ਅੰਤ ਨਹੀਂ ਆਇਆ ਤੇ ਕਰਤੇ ਦਾ ਤਾਂ ਅੰਤ ਕਿਸੇ ਨੂੰ ਆਉਣਾ ਹੀ ਕੀ ਹੈ। ਸ੍ਰੀ ਅਕਾਲ ਅਸ ਖੇਲ ਰਚਾਇਓ। ਜੋ ਸ੍ਰੀ ਮਾਇਆਪਤੀ ਅਕਾਲ ਪੁਰਖ ਪਰਮੇਸ਼ਰ ਸੁਭਾਏਮਾਨ ਸ਼੍ਰੋਮਣੀ, ਉਸ ਅਕਾਲ ਪੁਰਖ ਨੇ ਹੀ ਇਹ ਭਾਈ ਜਿਹੜਾ ਐਸਾ ਖੇਲ ਰਚਾਇਆ। ਜੁਗ ਚਤੁਰਨ ਕੀ ਠਟ ਮਰਿਆਦਾ। ਫਿਰ ਉਸਨੇ 4 ਯੁੱਗਾਂ ਦੀ ਮਰਿਆਦਾ ਨੂੰ ਸਥਾਪਿਤ ਕੀਤਾ। ਠਟ ਦਾ ਭਾਵ ਹੈ ਸਥਿਤ ਕਰ ਦੇਣਾ, ਟਿਕਾਉਣਾ। ਵੀ ਭਾਵ 4 ਯੁੱਗ ਦੀ ਮਰਜ਼ਾਦਾ ਬਣਾ ਦਿੱਤੀ। ਕਲ ਦੁਆਪਰ ਤ੍ਰੇਤਾ ਸਤ ਆਦਾ। ਕਹਿੰਦੇ ਹੁਣ ਕਲਯੁਗ ਹੈ, ਇਦੋਂ ਪਹਿਲਾਂ ਦੁਆਪਰ ਸੀ, ਉਸ ਤੋਂ ਪਹਿਲਾਂ ਤ੍ਰੇਤਾ ਸੀ, ਸਤ ਆਦ ਪਹਿਲਾਂ, ਉਸ ਤੋਂ ਪਹਿਲਾਂ ਸਤਯੁਗ ਸੀ। ਸਤਯੁਗ ਮਾਹੇ ਧਰਮ ਪਗ ਚਾਰੇ। ਤੇ ਸਤਯੁਗ ਦੇ ਵਿੱਚ ਧਰਮ ਦੇ ਚਾਰੇ ਪੈਰ ਸਹੀ ਸਲਾਮਤ ਸਨ। ਸਤ ਕੇ ਰਥ ਪਰ ਸਭ ਅਸਵਾਰੇ। ਤੇ ਉਹ ਚਾਰੇ ਪੈਰ ਧਰਮ ਦੇ ਸਤਯੁਗ ਵਿੱਚ ਪੂਰਨ ਸੀ ਤੇ ਸਤ ਦੇ ਰਥ ਉੱਤੇ ਇਉਂ ਭਾਈ ਸਾਰੇ ਅਸਵਾਰ ਸਨ। ਧਰਮ ਦੇ ਜਿਵੇਂ ਜਿਹੜਾ ਹੈ ਸੱਚ ਦੇ ਆਸਰੇ ਸਾਰਾ ਕੁਝ ਚੱਲਦਾ ਸੀ, ਦਾਨ ਪੁੰਨ ਜਗ ਇਤਿਆਦਿਕ, ਇਹ ਜਿਵੇਂ 4 ਪੈਰ ਹੁੰਦੇ ਆ ਧਰਮ ਦੇ। ਤੇ ਇਹ ਗੁਰਮੁਖੋ ਸੱਤ ਦੇ ਆਸਰੇ, ਭਾਵੇਂ ਇਹਨਾਂ 'ਚ ਸਚਾਈ ਸੀ, ਉਹ ਸੱਤ ਦੇ ਆਸਰੇ ਸਨ। ਧਰਮ ਹੁਤੋ ਤਹਿ ਕੋ ਰਥ ਵਾਹੀ। ਤੇ ਧਰਮ ਜਿਹੜਾ ਸੀ, ਸਾਰੇ ਜੀਵਨ ਲੋਕੀ ਸਤਿਯੁਗ ਵਿੱਚ ਧਰਮੀ ਸਨ। ਇਸ ਕਰਕੇ ਜਿਹੜਾ ਸੱਤ ਦੇ ਰਥ ਦਾ ਰਥਵਾਹੀ ਸੀ ਉਹ ਭਾਈ ਧਰਮ ਸੀ। ਸਤ ਬੋਲ ਬੇ ਤੇ ਗਤ ਪਾਈ। ਤੇ ਲੋਕੀ ਸੱਚ ਬੋਲਦੇ ਸਨ। ਇਸ ਕਰਕੇ ਸੱਚ ਬੋਲਣ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ। ਤ੍ਰੇਤੈ ਯੁਗ ਮੈਂ ਗੁਣ ਪਗ ਧਰਮ। ਫਿਰ ਯੁਗ ਪਲਟਾ ਹੋਇਆ, ਤ੍ਰੇਤਾ ਯੁਗ ਆਇਆ। ਜੋ ਉਸ ਯੁਗ ਦੇ ਵਿੱਚ ਗੁਣ ਪਗ, ਗੁਣ ਤਾਂ ਇੱਥੇ ਗਿਣਤੀ ਹੈ, ਜਿਵੇਂ 3 ਨੇ ਨਾ ਗੁਣ, ਰਜੂ ਤਮੋ ਸਤੋ। ਤੇ ਭਾਵ ਆ ਗਿਆ ਕਿ ਤ੍ਰੇਤੇ ਯੁਗ ਵਿੱਚ ਫਿਰ 3 ਪੈਰ ਰਹਿ ਗਏ ਧਰਮ ਦੇ। ਜਤ ਰਥ ਚੜ੍ਹੈ ਜਗ ਕੋ ਕਰਮ। ਤੇ ਜਿਹੜਾ ਜਤ ਦਾ ਰਥ ਸੀ ਉਹਦੇ ਤੇ ਇਹ ਅਸਵਾਰ ਸੀ। ਜਗ ਇਤਿਆਦਿਕ ਦੇ ਜਿਹੜੇ ਕਰਮ ਸੀ, ਭਾਵ ਜਗ ਹੁੰਦੇ ਸਨ, ਇਹ ਧਰਮ ਕਰਮ ਕਮਾਉਂਦੇ ਸੀ। ਜੋਰ ਹੁਤੋ ਤਹਿ ਕੋ ਰਥਵਾਹੀ। ਤੇ ਜਿਹੜਾ ਜਾਤ ਸੀ ਉਹਦਾ ਰਥਵਾਹੀ ਜੋ ਸੀ ਉਹ ਸੀ ਜੋਰ, ਬਲ। ਕਿ ਬਲੀ ਸਨ ਲੋਕ ਜੋਰ ਵਾਲੇ, ਤੇ ਜੋਰ ਇਹਦਾ ਰਥਵਾਹੀ ਸੀ। ਜਤ ਜਗ ਮੈਂ ਮੁਕਤੀ ਪਾਈ। ਇਸ ਕਰਕੇ ਭਾਈ ਜਾਤ ਦੇ ਰਥ ਤੇ ਚੜ੍ਹ ਕੇ ਜਗ ਇਤਿਆਦਿਕ ਕਰਕੇ ਇਹਨਾਂ ਦੁਆਲਾ ਜੀਵ ਦੀ ਮੁਕਤੀ ਹੋ ਜਾਂਦੀ ਸੀ। ਦੁਆਪਰ ਧਰਮ ਜੁਗਲ ਪਗ ਧਾਰਾ। ਫਿਰ ਦੁਆਪਰ ਯੁਗ ਆਇਆ ਤੇ ਦੁਆਪਰ ਦੇ ਵਿੱਚ ਗੁਰਮੁਖੋ ਜੁਗਲ, ਜੁਗਲ ਨਾਮ ਹੈ 2। ਜਿਹੜਾ ਧਰਮ ਸੀ ਇਹ 2 ਪੈਰ ਧਾਰ, 2 ਪੈਰਾਂ ਤੇ ਹੋ ਗਿਆ, ਭਾਵ 2 ਪੈਰ ਖਿਸਕ ਗਏ, 2 ਰਹਿ ਗਏ। ਤਪ ਕਾ ਰਥ ਸਤ ਅਸਵਾਰਾ। ਇਹ ਦੁਆਪਰ ਯੁਗ ਵਿੱਚ ਫਿਰ ਤਪ ਇਹ ਪ੍ਰਧਾਨ ਹੋ ਗਿਆ। ਤਪ ਦਾ ਰਥ ਸੀ ਤੇ 7 ਉਹਦੇ ਉੱਤੇ ਅਸਵਾਰ ਸੀ। ਕਲ ਮੈਂ ਧਰਮ ਏਕ ਪਰ ਖਰਿਓ। ਤੇ ਫਿਰ ਕਲਯੁਗ ਆਇਆ।
ਕਲਯੁਗ ਦੇ ਵਿੱਚ ਜਿਹੜਾ ਧਰਮ ਹੈ ਇਹ ਫਿਰ ਇੱਕ ਪੈਰ ਤੇ ਖੜਾ ਹੋਇਆ। 3 ਪੈਰ ਖਤਮ ਹੋ ਗਏ, ਇੱਕ ਪੈਰ ਉੱਤੇ ਖੜ ਗਿਆ, ਉਹ ਹੈ ਨਾਮ ਦਾ। ਰਥ ਕੂਰੋ ਅਗਨੀ ਰਥ ਬਰਿਓ। ਤੇ ਕਲਯੁਗ ਦੇ ਵਿੱਚ ਜਿਵੇਂ ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥ ਵਾਹੋ। ਕਹਿੰਦੇ ਭਾਈ ਰਥ ਕੂਰੋ ਅਗਨੀ ਰਥ ਬਰਿਓ, ਇਹ ਅਗਨ ਦਾ ਰਥ ਸੀ, ਕੂੜੇ ਦਾ ਰਥਵਾਹੀ ਬਣ ਗਿਆ। ਝੂਠ ਜਿਹੜਾ ਚੱਲ ਪਿਆ, ਤ੍ਰਿਸ਼ਨਾ ਲੋਕਾਂ ਵਿੱਚ ਵੱਧ ਗਈ। ਏਕ ਚਰਨ ਪਰ ਧਰਮ ਰਹਿਓ ਜਬ। ਤੇ ਜਦੋਂ ਭਾਈ ਧਰਮ ਇੱਕ ਪੈਰ ਦੇ ਉੱਤੇ ਹੀ ਰਹਿ ਗਿਆ, ਪਾਪ ਕਰਮ ਮੈਂ ਸ੍ਰਿਸ਼ਟ ਲੱਗੀ ਸਭ। ਤੇ ਜਿਹੜੀ ਸ੍ਰਿਸ਼ਟੀ ਸੀ ਦੁਨੀਆ, ਇਹ ਪਾਪ ਕਰਮ ਕਰਨ ਦੇ ਵਿੱਚ ਲੱਗ ਗਈ, ਪਾਪ ਕਮਾਉਣ ਵਿੱਚ ਲੱਗ ਗਈ। ਸੱਚ ਉੱਡਿਓ ਧਰ ਪੰਖ ਆਕਾਸ। ਤੇ ਲੋਕਾਂ ਦੇ ਵਿੱਚੋਂ ਜਿਹੜਾ ਸੱਚ ਸੀ ਉਹ ਤਾਂ ਭਾਈ ਖੰਭ ਲਾ ਕੇ ਆਕਾਸ਼ਾਂ ਨੂੰ ਹੀ ਉੱਡ ਗਿਆ। ਕੂਰ ਜਗਤ ਮੈਂ ਕੀਓ ਨਿਵਾਸ। ਤੇ ਜਗਤ ਦੇ ਵਿੱਚ ਝੂਠ ਨੇ ਹੀ ਆਪਣਾ ਵਾਸਾ ਕਰ ਲਿਆ। ਭਇਓ ਅੰਧੇਰਾ ਪਾਪ ਜਹਾਨੇ। ਤੇ ਜਗਤ ਜਹਾਨ ਦੇ ਵਿੱਚ ਹਨੇਰਾ ਹੋ ਗਿਆ, ਗਿਆਨਤਾ ਵੱਧ ਗਈ, ਪਾਪ ਵੱਧ ਗਏ। ਜਿਹੜਾ ਝੂਠ ਸੀ ਉਹ ਸਾਰੇ ਜਗਤ ਵਿੱਚ ਫੈਲ ਗਿਆ। ਜਿਵੇਂ ਗੁਰਬਾਣੀ ਵਿੱਚ ਵੀ ਆਉਂਦਾ ਕਿ ਧਰਮ ਪੰਖ ਕਰ ਉੱਡਰਿਆ, ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਈ ਅੰਧੇਰਾ ਰਾਹ ਨ ਕੋਈ। ਇਸ ਤਰ੍ਹਾਂ ਗੁਰਬਾਣੀ ਵਿੱਚ ਵੀ ਇਹ ਉਸੇ ਭਾਵ ਨੂੰ ਸੰਤ ਰੇਣ ਜੀ ਲੈ ਰਹੇ ਹੈ। ਕਹਿੰਦੇ ਭਾਈ ਕੂਰ ਜਗਤ ਮੈਂ ਕੀਓ ਨਿਵਾਸ, ਭਇਓ ਅੰਧੇਰਾ ਪਾਪ ਜਹਾਨੇ। ਜਹਾਨ ਵਿੱਚ ਅਗਿਆਨਤਾ ਦਾ ਹਨੇਰਾ, ਪਾਪ ਵੱਧ ਗਏ। ਭੂਪ ਮਲੇਛ ਅਧਰਮ ਹੈ ਮਹਾਨੇ। ਜਿਹੜੇ ਮਲੇਛ ਰਾਜੇ ਸਨ, ਅਧਰਮ ਮਹਾਨੇ, ਉਹ ਬਹੁਤ ਜ਼ਿਆਦਾ ਅਧਰਮੀ ਹੋ ਗਏ। ਧਰਮ ਉਹਨਾਂ ਵਿੱਚ ਨਹੀਂ ਰਿਹਾ। ਨਿਜ ਸੁਖ ਭੁੰਚਨ ਮੋਹ ਬਰਮਾਏ। ਤੇ ਉਹ ਆਪਣੇ ਖੁਦ ਦੇ ਸੁੱਖਾਂ ਨੂੰ ਹੀ ਮਾਨਣ ਦੇ ਵਿੱਚ ਬਹੁਤ ਜ਼ਿਆਦਾ ਬਰਮਾਏ, ਭੁੱਲ ਗਏ। ਭਾਵ ਕੇਵਲ ਸਭ ਨੂੰ ਭੁੱਲ ਕੇ ਆਪ ਦੇ ਸੁੱਖਾਂ ਸਹੂਲਤਾਂ ਵਿੱਚ ਹੀ ਲੱਗ ਗਏ। ਇਹ ਜਦੋਂ ਇਸ ਤਰ੍ਹਾਂ ਹੋ ਜਾਂਦਾ, ਜਿਵੇਂ ਹੁਣ ਸਰਕਾਰਾਂ ਆਪਾਂ ਚੁਣਦੇ ਤਾਂ ਗੁਰਮੁਖੋ ਇਸ ਵਾਸਤੇ ਲੋਕਾਂ ਨੂੰ ਸੁੱਖ ਸਹੂਲਤਾਂ ਮਿਲਣ, ਪਰ ਉਹ ਆਪਣੀਆਂ ਸੁੱਖ ਸਹੂਲਤਾਂ ਖੜੀਆਂ ਕਰ ਲੈਂਦੇ। ਆਪਣੇ ਮਹਿਲ ਮਾੜੀਆਂ, ਬਾਡੀਗਾਰਡ, ਵੱਡੇ ਵੱਡੇ ਮਹਿਲ, ਚੰਗੇ ਸਾਰਾ ਕੁਝ ਆਪਦਾ ਜਿਹੜਾ ਹੈ ਉਹ ਸੁੱਖ ਸਹੂਲਤਾਂ ਪੈਦਾ ਕਰ ਲੈਂਦੇ ਐ। ਇਸ ਤਰ੍ਹਾਂ ਜਦੋਂ ਇਹ ਭਾਈ ਅਧਰਮ ਵੱਧ ਜੇ ਤਾਂ ਜਿਨ੍ਹਾਂ ਉਹ ਮਲੇਛ ਰਾਜਿਆਂ ਵਿੱਚ, ਭੂਪਾਂ ਵਿੱਚ, ਸੰਤ ਰੇਣ ਜੀ ਕਹਿੰਦੇ ਧਰਮ ਵੱਧ ਗਿਆ। ਨਿਜ ਸੁਖ ਪੁੰਚਨ ਮੋਹ ਬਰਮਾਏ। ਬਰਮਾਏ ਕਹੀਏ ਭੁੱਲ ਗਏ, ਖਚਤ ਹੋ ਗਏ। ਆਪਣੇ ਸੁੱਖਾਂ ਨੂੰ ਮਾਨਣ ਵਿੱਚ ਹੀ ਸੰਸਾਰ ਨੂੰ ਭੁੱਲ ਬੈਠੇ। ਵਿਟਲ ਪੰਥ ਬਹੁ ਜਗ ਪਰ ਛਾਏ। ਤਾਂ ਇਹਦਾ ਅਸਰ ਕੀ ਹੋਇਆ? ਵਿਟਲ ਵਿੰਗੇ ਟੇਢੇ ਜੇ ਪੰਥ, ਕਹਿੰਦੇ ਭਾਵ ਧਰਮ ਤੋਂ ਉਲਟ ਹੋਰ ਹੀ ਕੋਈ ਕੁਛ ਕਰਨ ਲੱਗ ਗਿਆ, ਕੋਈ ਕਿਸੇ ਨੂੰ ਮੰਨਣ ਲੱਗ ਗਿਆ, ਕੋਈ ਪਾਣੀ ਪੂਜਣ ਲੱਗ ਗਿਆ, ਕੋਈ ਅੱਗ ਪੂਜਣ ਲੱਗ ਗਿਆ। ਇਸ ਤਰ੍ਹਾਂ ਦੇ ਵਿਟਲ ਪੰਥ ਇਹ ਭਾਈ ਜਗਤ ਵਿੱਚ ਛਾ ਗਏ। ਪ੍ਰਭ ਸਿਮਰਨ ਤੇ ਬੇਮੁਖ ਥਾਏ। ਤੇ ਜਿਹੜਾ ਕੰਮ ਸੀ ਉਹ ਸੀ ਪਰਮੇਸ਼ਰ ਦਾ ਸਿਮਰਨ ਕਰਨਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਉਹ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਤੋਂ ਭਾਈ ਦੁਨੀਆ ਬੇਮੁਖ ਹੋ ਗਈ। ਧਰਮੀ ਪੁਰਸ਼ਨ ਕੋ ਦੁੱਖ ਦਾਏ। ਤੇ ਜਿਹੜੇ ਧਰਮੀ ਪੁਰਸ਼ ਸਨ ਉਹਨਾਂ ਨੂੰ ਦੁੱਖ ਦੇਣਾ ਸ਼ੁਰੂ ਕਰ ਦਿੱਤਾ, ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਚੱਲ ਹੈ ਨਿਜ ਇੱਛਾ ਅਨਹਾਰੇ। ਇਸ ਤਰ੍ਹਾਂ ਦਾ ਹਾਲ ਹੋ ਗਿਆ ਰਾਜੇ ਕੀ, ਪਰਜਾ ਕੀ,
ਸਾਰੇ ਆਪਣੀ ਮਰਜ਼ੀ, ਮਨ ਦੀਆਂ ਮਰਜ਼ੀਆਂ ਮੁਤਾਬਕ ਹੀ ਸਾਰੇ ਕਹਿੰਦੇ ਚੱਲਣ ਲੱਗ ਪਏ। ਜਿਵੇਂ ਕਹਿੰਦੇ ਮੈਨੂੰ ਨਹੀਂ ਪਤਾ, ਮੈਂ ਤਾਂ ਆਪਦੀ ਮਨ ਮਰਜ਼ੀ ਕਰਨੀ ਹੈ। ਹੁਣ ਵੀ ਹੁੰਦਾ ਨਾ, ਮੈਂ ਤਾਂ ਜੀ ਮੈਨੂੰ ਤਾਂ ਜਿਵੇਂ ਲੋਟ ਆ ਮੈਂ ਤਾਂ ਉਵੇਂ ਕਰੂੰ। ਹੁਣ ਕਈਆਂ ਨੂੰ ਕਹੇ ਭਾਈ ਇਉਂ ਨਾ ਮਰਜ਼ਾਦਾ ਮੁਤਾਬਕ ਇਸ ਤਰ੍ਹਾਂ, ਨਹੀਂ ਜੀ ਸਾਡੀ ਆਪਦੀ ਸ਼ਰਧਾ, ਅਸੀਂ ਜਿਵੇਂ ਮਰਜ਼ੀ ਕਰੀਏ। ਸ਼ਰਧਾ ਤਾਂ ਗੁਰਮੁਖੋ ਜੋ ਗੁਰੂ ਨੇ ਮਰਜ਼ਾਦਾ ਬਣਾਈ ਹੈ ਉਸ ਤੇ ਕਰਨੀ ਹੁੰਦੀ ਹੈ। ਪਰ ਇੱਥੇ ਕੀ ਨਹੀਂ ਜੀ, ਆਪਦੀ ਸ਼ਰਧਾ ਹੁੰਦੀ ਹੈ। ਆਪਦੀ ਸ਼ਰਧਾ ਨੂੰ ਗੁਰਮੁਖੋ ਗੁਰੂ ਘਰ ਵਿੱਚ ਕੋਈ ਥਾਂ ਨਹੀਂ ਹੈ। ਗੁਰੂ ਘਰ ਦੇ ਵਿੱਚ ਮਰਜ਼ਾਦਾ ਹੈ ਤੇ ਮਰਜ਼ਾਦਾ ਨਾਲ ਜਿਵੇਂ ਹੁਣ ਆਪਾਂ ਆਉਨੇ ਆ, ਇੱਥੇ ਸਾਰੀ ਮਰਜ਼ਾਦਾ ਹੈ ਨਾ। ਗੁਰੂ ਘਰ ਵਿੱਚ ਆਉਣਾ ਜਿਵੇਂ ਸਿਰ ਢੱਕ ਕੇ ਆਉਣਾ। ਜੇ ਕੱਲ ਨੂੰ ਕਹੇ ਜੀ ਸ਼ਰਧਾ ਆਪਦੀ ਹੈ, ਚਾਹੇ ਨੰਗੇ ਸਿਰ ਆਈਏ ਪਰ ਵੜਨ ਦੇ ਦੂਗਾ। ਫਿਰ ਇੱਥੇ ਤੇ ਮਰਜ਼ਾਦਾ ਹੈ ਨਾ, ਸਿਰ ਢੱਕੋ। ਫਿਰ ਆਪਾਂ ਗੁਰੂ ਮਹਾਰਾਜ ਨੂੰ ਨਮਸਕਾਰ ਕਰਦੇ ਆ, ਨਮਸਕਾਰ ਕਰਕੇ ਪ੍ਰੇਮ ਨਾਲ ਬੈਠਣਾ, ਇਹ ਮਰਜ਼ਾਦਾ ਹੁੰਦੀ ਹੈ। ਵੀ ਜਦੋਂ ਕੋਈ ਵਿਚਾਰ ਚੱਲਦੀ ਹੈ, ਕੋਈ ਪਾਠ ਹੋ ਰਿਹਾ ਹੈ, ਕਥਾ ਕੀਰਤਨ ਲੈਕਚਰ, ਉਦੋਂ ਗੱਲਬਾਤ ਨਹੀਂ ਕਰਨੀ, ਆਰਾਮ ਨਾਲ। ਜੇ ਕੋਈ ਅਰਦਾਸ ਬੇਨਤੀ ਵੀ ਮਨ ਦਾ ਫੁਰਨਾ, ਉਹ ਸਿਰਫ ਮਨ ਦੇ ਵਿੱਚੋਂ ਹੀ ਕਰਨਾ ਹੈ, ਤਾਂ ਕਿ ਜ਼ੁਬਾਨ ਤੋਂ ਆਵਾਜ਼ ਜਿਹੜੀ ਹੈ ਉਹ ਦੂਜਿਆਂ ਲਈ ਵਿਘਨਕਾਰੀ ਨਾ ਬਣੇ। ਤੇ ਇਸ ਤਰ੍ਹਾਂ ਜਿਹੜਾ ਹੈ ਸਾਰਾ ਮਰਜ਼ਾਦਾ ਨਾਲ ਹੁੰਦਾ ਹੈ। ਤੇ ਪਰ ਜਦੋਂ ਭਾਈ ਇਹੋ ਜਿਹਾ ਹਾਲ ਹੋ ਗਿਆ, ਪਰਮੇਸ਼ਰ ਦੇ ਸਿਮਰਨ ਤੋਂ ਬੇਮੁਖ ਹੋ ਗਏ, ਧਰਮੀ ਪੁਰਸ਼ਾਂ ਨੂੰ ਦੁੱਖ ਦੇਣੇ ਸ਼ੁਰੂ ਕਰਤੇ, ਚੱਲ ਹੈ ਨਿਜ ਇੱਛਾ ਅਨਹਾਰੇ, ਤਾਂ ਭਾਈ ਜਿਹੜੇ ਰਾਜੇ ਕੀ ਪਰਜਾ ਕੀ, ਜਦੋਂ ਰਾਜਾ ਹੋ ਜੇ ਜਥਾ ਰਾਜਾ ਤਥਾ ਪਰਜਾ ਹੋ ਜਾਂਦੀ ਹੈ, ਆਪਣੇ ਮਨ ਦੀਆਂ ਇੱਛਾ ਮਨ ਮਰਜ਼ੀਆਂ ਮੁਤਾਬਕ ਚੱਲਣ ਲੱਗ ਪਏ। ਸਾਧ ਸੰਤ ਭੇ ਬਹੁ ਦੁਖਿਆਰੇ, ਜਿਹੜੇ ਰੱਬ ਦੇ ਪਿਆਰੇ ਸਨ ਸਾਧੂ ਸੰਤ, ਉਹ ਬਹੁਤ ਦੁਖੀ ਹੋਏ। ਸੁਰ ਅਵਤਾਰ ਮਨਾਏ ਅਪਾਰਾ, ਤੇ ਜਿਹੜੇ ਦੇਵਤੇ ਸਨ ਉਹਨਾਂ ਨੇ ਵੀ ਬੇਅੰਤ ਅਵਤਾਰਾਂ ਨੂੰ ਮਨਾਇਆ, ਭਾਵ ਉਹਨਾਂ ਦੇ ਅੱਗੇ ਬੇਨਤੀਆਂ ਕੀਤੀਆਂ। ਪ੍ਰੰਚ ਨਾ ਦੀਨ ਸਕਿਸੂ ਸਹਾਰਾ, ਪਰ ਕਿਸੇ ਵੀ ਜਿਹੜਾ ਹੈ ਦੇਵੀ ਦੇਵਤੇ ਸੁਰ ਅਵਤਾਰ, ਇਉਂ ਕਹਿੰਦੇ ਭਾਈ ਧਰਮੀ ਪੁਰਸ਼ਾਂ ਨੇ ਸਾਧੂ ਸੰਤਾਂ ਨੇ ਬਹੁਤ ਦੇਵਤੇ ਅਵਤਾਰਾਂ ਨੂੰ ਮਨਾਇਆ, ਪਰ ਕਿਸੇ ਨੇ ਵੀ ਪ੍ਰੰਚ ਦਾ ਭਾਵ ਹੈ ਥੋੜਾ ਮਾਤਰ ਵੀ ਕੋਈ ਕਿਸੇ ਨੇ ਸਹਾਰਾ ਨਾ ਦਿੱਤਾ। ਥਰ ਹਰ ਬੇੜਾ ਧਰਮ ਡੋਲਾਇਓ, ਜਿਹੜਾ ਧਰਮ ਦਾ ਬੇੜਾ ਸੀ ਉਹ ਥਰ ਥਰ ਕੰਬਣ ਲੱਗਿਆ। ਇਹ ਜਾਣੋ ਜਿਵੇਂ ਸਮੁੰਦਰ ਦੇ ਵਿੱਚ ਮੱਧ ਵਿੱਚ ਜਾ ਕੇ ਬੇੜਾ ਡੋਲਣ ਲੱਗ ਜੇ, ਇਹ ਹਾਲ ਹੋ ਗਿਆ, ਧਰਮ ਦਾ ਬੇੜਾ ਡੋਲਣ ਲੱਗਿਆ। ਧਰਨੀ ਧੀਰਜ ਤਬੈ ਛੁਡਾਇਓ, ਧਰਤੀ ਨੇ ਵੀ ਆਪਣਾ ਧੀਰਜ ਜਿਹੜਾ ਸੀ ਉਹ ਸਮੇਂ ਛੱਡ ਦਿੱਤਾ। ਪਾਪ ਭਾਰ ਤੇ ਅਤ ਦੁਖਿਆਰੀ, ਤੇ ਪਾਪਾਂ ਦੇ ਭਾਰ ਨਾਲ ਧਰਤੀ ਬਹੁਤ ਦੁਖੀ ਹੋਈ। ਧੇਨ ਰੂਪ ਧਰ ਕੇ ਤੇ ਬਾਰੀ, ਉਸ ਸਮੇਂ ਫਿਰ ਤੇ ਬਾਰੀ ਭਾਵ ਉਸ ਸਮੇਂ ਧਰਤੀ ਨੇ ਧੇਨ ਗਊ ਦਾ ਰੂਪ ਧਾਰਿਆ। ਵਿਸ਼ਨ ਰੁਦਰ ਬ੍ਰਹਮਾ ਪੈ ਆਈ, ਧਰਤੀ ਗਊ ਰੂਪ ਧਾਰ ਕੇ ਪਹਿਲਾਂ ਵਿਸ਼ਨੂੰ ਜੀ ਦੇ ਕੋਲ, ਵਿਸ਼ਨੂੰ ਭਗਵਾਨ ਕੋਲ, ਫਿਰ ਰੁਦਰ ਸ਼ਿਵ ਭਗਵਾਨ ਕੋਲੇ, ਫਿਰ ਬ੍ਰਹਮਾ ਕੋਲ, ਇਉਂ ਇਹਨਾਂ ਤਿੰਨਾਂ ਮੁੱਖ ਦੇਵਤਿਆਂ ਕੋਲ ਪਹੁੰਚੀ। ਨਿਜ ਸੰਤਨ ਦੁੱਖ ਬ੍ਰਿਥਾ ਸੁਨਾਈ, ਆਪਣੇ ਤੇ ਆ ਬਸਣ ਵਾਲੇ ਧਰਤੀ ਤੇ ਸੰਤ ਪੁਰਸ਼ਾਂ ਦੀ ਦੁੱਖਾਂ ਦੀ ਪੀੜਾ ਧਰਮੀ ਪੁਰਸ਼ਾਂ ਦੀ ਧਰਤੀ ਨੇ ਸੁਣਾਈ ਕਿ ਕਿਵੇਂ ਪਾਪ ਵੱਧ ਗਏ, ਧਰਮੀ ਪੁਰਸ਼ਾਂ ਨੂੰ ਦੁਖੀ ਕੀਤਾ ਜਾ ਰਿਹਾ ਹੈ। ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋ ਅਲਾਈ, ਭਾਈ ਗੁਰਦਾਸ ਜੀ ਨੇ ਲਿਖਿਆ। ਇਸ ਤਰ੍ਹਾਂ ਧਰਤੀ ਨੇ ਪੁਕਾਰ ਕੀਤੀ, ਬਿਰਥਾ ਸੁਣਾਈ। ਸੁਨ ਕਰ ਸ੍ਰੀ ਵਿਸ਼ਨੂੰ ਤੇ ਕਾਲਾ, ਤਾਂ ਹੁਣ ਤਿੰਨਾਂ ਵਿੱਚੋਂ ਮੁੱਖ ਦੇਵਤਾ ਵਿਸ਼ਨੂੰ ਹੈ,
ਇਹ ਸੁਣ ਕੇ ਭਾਈ ਸੁਭਾਏਮਾਨ ਮਾਇਆਪਤੀ ਜੋ ਲక్ష్ਮੀ ਸ੍ਰੀ ਲక్ష్ਮੀਪਤੀ ਵਿਸ਼ਨੂੰ ਜੀ, ਵਿਸ਼ਨੂੰ ਭਗਵਾਨ ਨੇ ਉਸ ਸਮੇਂ ਸੌਰ ਸਭ ਢਿਗ ਬੁਲਾਏ ਤਤਕਾਲਾ। ਜਿੰਨੇ ਵੀ ਦੇਵਤੇ ਸਨ ਤੁਰੰਤ ਹੀ ਸਾਰਿਆਂ ਨੂੰ ਕੋਲ ਬੁਲਾਇਆ। ਮਦਰ ਦੇਸ ਜਹ ਨਾਮ ਬਖਾਨਾ, ਤੇ ਕਿਹਾ ਵੀ ਜੋ ਮਦਰ ਦੇਸ ਪੰਜਾਬ ਦੀ ਧਰਤੀ ਹੈ, ਜਿਹਦਾ ਨਾਮ ਮਦਰ ਦੇਸ ਹੈ, ਸਭ ਧਰਨੀ ਕੋ ਮੱਧ ਸਥਾਨਾ। ਇਹ ਗੁਰਮੁਖੋ ਸਾਰੀ ਧਰਤੀ ਦਾ ਵਿਚਾਲਾ ਹੈ। ਕਹਿੰਦੇ ਭਾਈ ਇਹ ਸਾਰੀ ਧਰਤੀ ਦਾ ਮੱਧ ਸਥਾਨ ਹੈ। ਤਹਾਂ ਆਏ ਸ਼ੁਭ ਥਲ ਕੋ ਹੇਰਾ, ਤੇ ਇੱਥੇ ਆ ਕੇ ਸ਼ੁਭ ਅਸਥਾਨ ਨੂੰ ਵੇਖਿਆ। ਹੋਤੋ ਅੰਬ ਤਹਿ ਕਛਕ ਚੰਗੇਰਾ, ਤੇ ਇੱਥੇ ਭਾਈ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ, ਇੱਥੇ ਅੰਬ ਭਾਵ ਹੈ ਭੱਬੇ ਨਾਲ, ਇਹਦਾ ਭਾਵ ਹੈ ਜਲ ਪਾਣੀ। ਇੱਥੇ ਕੁਝ ਚੰਗਾ ਵੇਖਿਆ। ਤੇਹ ਕੇ ਚਾਰ ਓਰ ਸਭ ਥਿਰੇ, ਤੇ ਇਹਦੇ ਚਾਰੇ ਪਾਸੇ ਫਿਰ ਸਾਰੇ ਦੇਵਤੇ ਕੀ ਜਿੰਨੇ ਵੀ ਹੈ ਉਹ ਇਕੱਠੇ ਹੋ ਗਏ। ਸ੍ਰੀ ਅਕਾਲ ਜੂ ਸਿਮਰਨ ਕਰੇ, ਤੇ ਸਾਰੇ ਵਿਸ਼ਨੂੰ ਸ਼ਿਵ ਜੀ ਬ੍ਰਹਮਾ ਤੇ ਬਾਕੀ ਸਾਰੇ ਦੇਵਤੇ ਸਾਰੇ ਭਾਈ ਸ੍ਰੀ ਅਕਾਲ ਪੁਰਖ ਪਰਮੇਸ਼ਰ ਦਾ ਸਾਰਿਆਂ ਨੇ ਸਿਮਰਨ ਕੀਤਾ। ਸਾਰੇ ਪ੍ਰਮਾਤਮਾ ਅੱਗੇ ਬੇਨਤੀਆਂ ਕਰਨ ਲੱਗੇ, ਹੇ ਪ੍ਰਭ ਰੱਖਿਆ ਕਰੋ ਹਮਾਰੀ, ਕਿ ਹੇ ਪਰਮੇਸ਼ਰ ਕਿਰਪਾ ਕਰੋ ਸਾਡੀ ਰੱਖਿਆ ਕਰੋ। ਨਤ ਧਰਨੀ ਪ੍ਰਾਪਤ ਦੁੱਖ ਭਾਰੀ, ਨਹੀਂ ਤਾਂ ਇਹ ਜਿਹੜੀ ਧਰਤੀ ਹੈ ਇਹ ਮਤਾ ਬਹੁਤ ਜ਼ਿਆਦੇ ਦੁੱਖਾਂ ਨੂੰ ਪ੍ਰਾਪਤ ਹੋ ਜੇ, ਭਾਂ ਬਹੁਤੇ ਦੁੱਖ ਵੱਧ ਜਾਣ। ਜੁਗ ਜੁਗ ਜਬ ਹੈ ਅਧਰਮੀ ਵੱਧੈ, ਬੇਨਤੀ ਕੀਤੀ ਅਕਾਲ ਪੁਰਖ ਜੁਗਾਂ ਜੁਗਾਂ ਵਿੱਚ ਜਦੋਂ ਵੀ ਜਿਹੜੇ ਪਾਪੀ ਲੋਕ ਧਰਮੀ ਲੋਕ ਜਦੋਂ ਵੱਧ ਜਾਂਦੇ ਹਨ, ਪਾਠ ਅਵਤਾਰ ਤਿਨੋਂ ਕੋ ਸਾਧੈ, ਤੇ ਤੁਸੀਂ ਹੈ ਅਕਾਲ ਪੁਰਖ ਕੋਈ ਨਾ ਕੋਈ ਅਵਤਾਰ ਭੇਜਦੇ ਰਹੇ ਹੋ ਉਹਨਾਂ ਨੂੰ ਸੁਧਾਰਨ ਵਾਸਤੇ, ਸ਼ੁਭ ਸਿੱਖਿਆ ਦੇਣ ਵਾਸਤੇ। ਤੁਸੀਂ ਅਵਤਾਰ ਭੇਜਦੇ ਸਾਧ ਦੇ ਲੋਕਾਂ ਨੂੰ। ਅਬ ਤੋ ਧਰਮ ਏਕ ਪਗ ਧਰ ਹੈ, ਪਰ ਹੁਣ ਕਲਯੁਗ ਦਾ ਸਮਾਂ, ਹੇ ਅਕਾਲ ਪੁਰਖ ਹੁਣ ਤਾਂ ਧਰਮ ਇੱਕ ਪੈਰ ਤੇ ਖੜਾ ਹੈ। ਰਾਵ ਰਾਏ ਬਿਨ ਕਾਜ ਨ ਸਰ ਹੈ। ਹੁਣ ਹੇ ਪ੍ਰਕਾਸ਼ ਰੂਪ ਵਾਹਿਗੁਰੂ ਪਰਮੇਸ਼ਰ ਤੁਹਾਡੇ ਬਿਨਾ ਹੁਣ ਇਹ ਕਾਰਜ ਸਵਰਨਾ ਨਹੀਂ ਹੈ। ਵੀ ਅੱਗੇ ਤਾਂ ਤੁਸੀਂ ਕੋਈ ਨਾ ਕੋਈ ਅਵਤਾਰ ਭੇਜ ਦਿੰਦੇ ਸੀ, ਪਰ ਹੁਣ ਤੇ ਹਾਲ ਇੱਕ ਧਰਮ ਤੇ ਇੱਕ ਲੱਤ ਤੇ ਤਾਂ ਪੈਰ ਤੇ ਤਾਂ ਧਰਮ ਖੜਾ ਹੈ। ਪਾਪ ਇੰਨੇ ਵੱਧ ਗਏ ਨੇ। ਹੁਣ ਵਾਹਿਗੁਰੂ ਪਰਮੇਸ਼ਰ ਜੀ ਤੁਹਾਡੇ ਬਿਨਾ ਕਾਰਜ ਸਫਲ ਨਹੀਂ ਹੋਵੇਗਾ। ਆਸ ਪ੍ਰਕਾਰ ਸੁਨ ਪੁਰਖ ਅਕਾਲ। ਇਸ ਤਰ੍ਹਾਂ ਸੁਣ ਕਰਕੇ ਫਿਰ ਅਕਾਲ ਪੁਰਖ ਜੀ ਨੇ ਭੇ ਪ੍ਰਤੱਖ ਬਰ ਦੇਨ ਵਿਸਾਲ, ਤੇ ਫਿਰ ਇੱਥੇ ਸਾਰਿਆਂ ਦੇ ਵਿੱਚ ਅਕਾਲ ਪੁਰਖ ਪ੍ਰਤੱਖ ਹੋ ਗਏ ਸਾਰਾ ਮਹਾਨ ਬਰ ਦੇਣ ਵਾਸਤੇ। ਪੇਖ ਸਭ ਸੁਰ ਮਨ ਹਰਖ ਵਡਾਏ, ਤੇ ਵੇਖ ਕੇ ਸੁਣ ਕੇ ਸਾਰੇ ਜਿੰਨੇ ਵੀ ਦੇਵਤੇ ਨੇ ਉਹਨਾਂ ਨੇ ਮਨ ਦੇ ਵਿੱਚ ਬਹੁਤ ਖੁਸ਼ੀ ਵਧਾਈ। ਵੇਖ ਕਰਕੇ ਸ੍ਰੀ ਅਕਾਲ ਪਗ ਬੰਦੇ ਆਏ। ਪ੍ਰਮੁੱਖ ਤਿੰਨ ਦੇਵਤੇ ਤੇ ਬਾਕੀ ਹੋਰ ਸਾਰਿਆਂ ਨੇ ਭਾਈ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਤੇ ਫਿਰ ਬੰਦਨਾ ਕੀਤੀ। ਅਨੇਕ ਪ੍ਰਕਾਰ ਉਸਤਤੀ ਕੀਨ, ਅਨੇਕਾਂ ਤਰ੍ਹਾਂ ਦੀ ਪਰਮੇਸ਼ਰ ਦੀ ਸਾਰਿਆਂ ਨੇ ਮੰਗਲ ਉਸਤਤੀ ਕੀਤੀ। ਤੇਸੀ ਅੰਬ ਮਹਿ ਪਗ ਧੋਏ ਲੀਨ,
ਤੇ ਸਾਰਿਆਂ ਨੇ ਭਾਈ ਅਕਾਲ ਪੁਰਖ ਕੌਣ ਹੈ? ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਸਾਰਿਆਂ ਨੇ ਅਕਾਲ ਪੁਰਖ ਦੇ ਚਰਨਾਂ ਨੂੰ ਉਸ ਜਲ ਦੇ ਵਿੱਚ ਧੋਤਾ, ਭਾਵ ਉਹ ਜਲ ਚਰਨਾਂ ਨਾਲ ਛੁਆਇਆ, ਜਲ ਦੇ ਵਿੱਚ ਚਰਨ ਧੋਏ। ਤਾਲ ਅਕਾਲ ਚਰਨਾਮ੍ਰਿਤ ਭਇਓ। ਉਹ ਜਿਹੜਾ ਤਾਲ ਸਰੋਵਰ ਸੀ ਉਹ ਫਿਰ ਅਕਾਲ ਪੁਰਖ ਦਾ ਚਰਨਾਮ੍ਰਿਤ ਬਣ ਗਿਆ। ਸਭ ਹਨ ਚਰਨਾਮ੍ਰਿਤ ਤਬ ਲਇਓ। ਤੇ ਸਾਰੇ ਦੇਵਤਿਆਂ ਨੇ, ਵਿਸ਼ਨੂੰ ਜੀ, ਸ਼ਿਵ ਜੀ, ਬ੍ਰਹਮਾ ਜੀ ਔਰ ਬਾਕੀ ਸਭ ਨੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦਾ ਅੰਮ੍ਰਿਤ ਪ੍ਰਾਪਤ ਕੀਤਾ ਲਿਆ। ਸ੍ਰੀ ਅਕਾਲ ਤਬ ਗਿਰਾ ਉਚਾਰੀ। ਤੇ ਭਾਈ ਸ੍ਰੀ ਅਕਾਲ ਪੁਰਖ ਜੀ ਨੇ ਫਿਰ ਸਾਰਿਆਂ ਨੂੰ ਗਿਰਾ ਕਹੀਏ ਬਾਣੀ ਬਚਨ ਉਚਾਰਨ ਕੀਤੇ। ਇਹ ਗੱਲ ਕਹੀ, ਹੋਵਹੁ ਮੈਂ ਨਾਨਕ ਨਿਰੰਕਾਰੀ। ਕਿਹਾ ਭਾਈ ਹੁਣ ਮੈਂ ਨਾਨਕ ਨਿਰੰਕਾਰੀ ਹੋ ਕਰਕੇ ਜਗ ਮਹਿ ਭਗਤ ਭਾਵ ਪ੍ਰਗਟਾਵੇ। ਜਗਤ ਤੇ ਜਾਵਾਂਗਾ ਤੇ ਭਗਤੀ ਭਾਵ ਨੂੰ ਇੱਥੇ ਪ੍ਰਗਟ ਕਰਾਂਗਾ। ਆਪ ਆਪਣਾ ਸਰਗੁਣ ਸਰੂਪ ਧਾਰ ਕੇ ਪਾਪ ਕਰਮ ਤੋ ਨਰਨ ਹਟਾਵੇ। ਤੇ ਜਿਹੜੇ ਲੋਕ ਪਾਪ ਕਰਦੇ ਨੇ ਉਹਨਾਂ ਨੂੰ ਸਭ ਨੂੰ ਭਾਈ ਪਾਪ ਕਰਮਾਂ ਤੋਂ ਹਟਾਵਾਂਗਾ। ਦਾਸ ਸਰੂਪ ਧਾਰੋ ਜਗ ਮਾਹੇ। ਤੇ ਇਸ ਤਰ੍ਹਾਂ ਫਿਰ ਮੈਂ ਆਪਣੇ ਦਾਸ ਸਰੂਪ ਸਰਗੁਣ ਸਰੀਰ ਰੂਪ ਵਿੱਚ ਜਗਤ ਵਿੱਚ ਧਾਰਨ ਕਰਾਂਗਾ। ਸਿੱਖੀ ਮਾਰਗ ਜਗ ਪ੍ਰਗਟਾਹੇ। ਇਹ ਜਗਤ ਦੇ ਵਿੱਚ ਆਪਣਾ ਸਿੱਖੀ ਮਾਰਗ ਜਿਹੜਾ ਹੈ, ਸਿੱਖੀ ਪੰਥ, ਉਹ ਪ੍ਰਗਟ ਕਰਾਂਗਾ। ਚਤੁਰਥ ਰੂਪ ਧਰੋਂ ਜਬ ਆਏ। ਤੇ ਜਦੋਂ ਮੈਂ ਫਿਰ ਚੌਥਾ ਰੂਪ ਧਾਰਾਂਗਾ, ਭਾਵ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਸਰੂਪ ਧਾਰਾਂਗਾ, ਤਬ ਇਹ ਅੰਮ੍ਰਿਤ ਸਰ ਪ੍ਰਗਟਾਏ। ਤਦ ਫਿਰ ਆ ਜਿਹੜਾ ਸਥਾਨ ਹੈ ਜਿੱਥੇ ਦੇਖੋ ਸਾਰੇ ਦੇਵਤਿਆਂ ਨੇ ਇਕੱਠੇ ਹੋ ਕੇ ਅਕਾਲ ਪੁਰਖ ਦਾ ਚਰਨਾਮ੍ਰਿਤ ਲਿਆ। ਫਿਰ ਕਹਿੰਦੇ ਚੌਥੇ ਰੂਪ ਵਿੱਚ ਅਕਾਲ ਪੁਰਖ ਕਹਿਣ ਲੱਗੇ ਵੀ ਅਸੀਂ ਆ ਜਿਹੜਾ ਹੈ ਇਸ ਅੰਮ੍ਰਿਤ ਸਰੋਵਰ ਨੂੰ ਉਦੋਂ ਪ੍ਰਗਟ ਕਰਾਂਗੇ, ਉਹਨਾਂ ਸਮਾਂ ਇਹ ਗੁਪਤ ਰਹੇਗਾ। ਇਹ ਗੁਰਮੁਖੋ ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਨਾ, ਅੰਮ੍ਰਿਤਸਰ, ਇਹ ਸਾਰੀ ਧਰਤੀ ਦਾ ਵਿਚਕਾਰ ਕੇਂਦਰ ਬਿੰਦੂ ਹੈ। ਤੇ ਇਸ ਤਰ੍ਹਾਂ ਇਹ ਧਰਮੀ ਪੁਰਸ਼ਾਂ ਦੀ ਸੋਚ ਹੈ। ਵਿਗਿਆਨਕ ਆਪਣੇ ਮਤ ਨਾਲ ਉਹ ਕਹਿੰਦੇ ਇੱਥੇ ਬਿੰਦੂ ਹੈ, ਇੱਥੇ ਬਿੰਦੂ, ਚਲੋ ਪਰ ਇਹ ਫਿਰ ਕਹਿੰਦੇ ਇਸ ਅੰਮ੍ਰਿਤ ਸਰੋਵਰ ਨੂੰ ਅਸੀਂ ਚੌਥੇ ਰੂਪ ਵਿੱਚ ਪ੍ਰਗਟ ਕਰਾਂਗੇ। ਸਭ ਜਾਵੋ ਨਿਜ ਨਿਜ ਅਸਥਾਨਾ। ਅਕਾਲ ਪੁਰਖ ਕਹਿਣ ਲੱਗੇ ਵੀ ਦੇਵਤਿਓ ਹੁਣ ਤੁਸੀਂ ਸਾਰੇ ਆਪੋ ਆਪਣੇ ਸਥਾਨਾਂ ਪਰ ਚਲੇ ਜਾਵੋ। ਵਿਦ ਅਸ ਕਹਿ ਭੇ ਅੰਤਰ ਧਿਆਨਾ। ਇਸ ਤਰ੍ਹਾਂ ਬਚਨ ਕਰਕੇ ਅਕਾਲ ਪੁਰਖ ਵੀ ਫਿਰ ਅੰਤਰ ਧਿਆਨ ਹੋ ਗਏ, ਭਾਵ ਅਲੋਪ ਹੋ ਗਏ। ਹਰਖ ਦੇਵ ਗੇ ਨਿਜ ਨਿਜ ਥਾਨਾ। ਜਿਹੜੇ ਦੇਵਤੇ ਸਨ ਉਹ ਵੀ ਆਨੰਦ ਪ੍ਰਸੰਨ ਖੁਸ਼ ਹੋ ਕੇ ਆਪੋ ਆਪਣੇ ਸਥਾਨਾਂ ਪਰ ਚਲੇ ਗਏ। ਜਾਣਿਓ ਅਬ ਪ੍ਰਗਟਹਿ ਸੁਖ ਦਾਨਾ। ਇਹ ਜਾਣ ਲਿਆ ਵੀ ਹੁਣ ਸੁੱਖਾਂ ਦੇ ਦਾਤਾ ਅਕਾਲ ਪੁਰਖ ਆਪਣਾ ਸਰਗੁਣ ਸਰੂਪ ਧਾਰ ਕੇ ਪ੍ਰਗਟ ਹੋਵੇਗਾ ਧਰਤੀ ਪਰ। ਦੋਹਰਾ ਕਹਿਓ ਪ੍ਰੇਮ ਹਰ ਪ੍ਰਭੂ ਟਿਗ ਦੇਵਨ ਕਰੀ ਪੁਕਾਰ। ਤਾਂ ਬਾਬਾ ਪ੍ਰੇਮ ਸਿੰਘ ਬੇਦੀ ਕਹਿਣ ਲੱਗੇ ਵੀ ਹੇ ਸੰਤਰੇਣ ਪ੍ਰੇਮ ਸਿੰਘ ਜੀ, ਜਦੋਂ ਕਹਿਓ ਪ੍ਰੇਮ ਹਰ, ਪ੍ਰੇਮ ਸਿੰਘ ਕਹਿਣ ਲੱਗੇ ਪ੍ਰਭੂ ਟਿਗ, ਵੀ ਜਿਸ ਦਿਨ ਪਰਮੇਸ਼ਰ ਦੇ ਕੋਲ ਦੇਵਤਿਆਂ ਨੇ ਇਹ ਪੁਕਾਰ ਕੀਤੀ, ਕੌਣ ਦਿਵਸ ਪ੍ਰਸੰਨ ਭੇ ਬਰ ਦੀਨ ਦੀਨਸ ਸੁਧ ਸਾਰ। ਕਹਿੰਦੇ ਉਹ ਦਿਨ ਕਿਹੜਾ ਸੀ ਜਦੋਂ
ਦੇਵਤਿਆਂ ਤੇ ਪ੍ਰਸੰਨਤਾ ਦਾ ਹੀ ਬਚਨ ਕੀਤਾ ਅਕਾਲ ਪੁਰਖ ਨੇ। ਕੌਣ ਦਿਵਸ ਪ੍ਰਸੰਨ ਪਏ, ਕਿਹੜੇ ਦਿਨ ਫਿਰ ਪ੍ਰਸੰਨ ਹੋਏ ਸੀ? ਉਹ ਦਿਨ ਕਿਹੜਾ ਸੀ? ਬਰ ਦੀਨਸ ਸੁਖ ਸਾਰ, ਜੋ ਸੁੱਖਾਂ ਦਾ ਸ੍ਰੇਸ਼ਟ ਇਹ ਸਾਰ ਬਰ ਬਚਨ ਅਕਾਲ ਪੁਰਖ ਨੇ ਦਿੱਤੇ ਸਨ। ਸੁਨਤ ਕਹਿਓ ਦਾਤਾਰ ਜਬ, ਦੀਨਸ ਬਰ ਸੁਖ ਦਾਨ। ਤਾਂ ਕਹਿੰਦੇ ਭਾਈ ਅਸੀਂ ਇਹ ਸੁਣ ਕੇ ਦੱਸਿਆ ਵੀ ਜਦੋਂ ਦਾਤਾਰ ਅਕਾਲ ਪੁਰਖ ਨੇ ਇਹ ਬਚਨ ਜਿਹੜਾ ਬਰ ਬਚਨ ਸੁੱਖਾਂ ਦੇ ਦਾਤੇ ਨੇ ਦਿੱਤਾ, ਦਿਵਸ ਬਸੋਹਾ ਪਾਵਨੰ ਪ੍ਰੇਮ ਹਰੀ ਪਹਿਚਾਨ। ਹੇ ਪ੍ਰੇਮ ਸਿੰਘ ਜੀ, ਇਹ ਤੁਸੀਂ ਜਾਣ ਲਓ ਕਿ ਉਸ ਦਿਨ ਪਵਿੱਤਰ ਜਿਹੜਾ ਦਿਨ ਸੀ ਉਹ ਬਸੋਹਾ, ਉਹ ਵਿਸਾਖੀ ਦਾ ਦਿਨ ਸੀ। ਬਸੋਹਾ ਵਿਸਾਖੀ ਨੂੰ ਵੀ ਕਹਿੰਦੇ ਆ, ਤੇ ਬਸੋਹੇ ਦਾ ਅਰਥ ਜਿਹੜਾ ਹੈ ਉਹ ਗ੍ਰੰਥਾਂ ਵਿੱਚ ਅੱਖਾਂ ਦਾ ਮੀਟਣਾ ਖੋਲਣਾ, ਇਹਨੂੰ ਵੀ ਬਸੋਹਾ ਕਹਿੰਦੇ ਆ, ਬਿਸਾ। ਪਰ ਇੱਥੇ ਜਿਹੜਾ ਹੈ ਥੱਲੇ ਪਦ ਅਰਥ ਤਾਂ ਇਹੀ ਕੀਤਾ ਅੱਖਾਂ ਦਾ ਮੀਟਣਾ, ਪਰ ਜਿਹੜਾ ਸਹੀ ਅਰਥ ਹੋਇਆ ਬਸੋਹਾ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ। ਭਾਈ ਗੁਰਦਾਸ ਜੀ ਨੇ ਕਿਹਾ ਕਿ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਵੀ ਹੁਣ ਇਹ ਸੰਸਾਰ ਦੇ ਵਿੱਚ ਘਰ ਘਰ ਦੇ ਵਿੱਚ ਧਰਮਸਾਲ ਬਣੇ, ਧਰਮ ਦੀ ਗੱਲ ਹੋਵੇ ਕੀਰਤਨ ਸਦਾ। ਜਿਹੜਾ ਵਿਸਾਖੀ ਸੀ ਨਾ ਇਹ ਗੁਰਮੁਖੋ ਗੁਰੂ ਮਹਾਰਾਜ ਤੋਂ ਪਹਿਲਾਂ ਵੀ ਇੱਕ ਖੁਸ਼ੀਆਂ ਦੇ ਦਿਨ ਵਜੋਂ ਮਨਾਇਆ ਜਾਂਦਾ ਹੁੰਦਾ ਸੀ, ਖੇੜੇ ਦੇ ਦਿਨ ਵਜੋਂ। ਇਹ ਤਾਂ ਜਿਹੜਾ ਇਹ ਵਿਸਾਖੀ ਸੀ ਫਿਰ ਇਹਨੂੰ ਧਾਰਮਿਕ ਰੰਗਤ ਗੁਰੂ ਮਹਾਰਾਜ ਨੇ ਦਿੱਤੀ। ਇਹ ਤੇ ਸੱਭਿਅਕ ਇੱਕ ਦਿਨ ਹੈ ਜਿਹੜਾ ਵਿਸਾਖੀ ਹੈ, ਇਸ ਕਰਕੇ ਖੁਸ਼ੀਆਂ ਦਾ ਦਿਨ ਸੀ। ਮਹਾਰਾਜ ਕਹਿੰਦੇ ਘਰ ਘਰ ਦੇ ਵਿੱਚ ਖੁਸ਼ੀਆਂ ਤੇ ਖੇੜੇ ਹੁਣ ਹੋਵੇ ਕੀਰਤਨ ਸਦਾ ਬਸੋਆ। ਉਹ ਇਸ ਪੰਗਤੀ ਨੂੰ ਲੈ ਕੇ ਨਾ ਕਈ ਉਹ ਕਹਿੰਦੇ ਜੀ ਆ ਦੇਖੋ ਗੁਰੂ ਸਾਹਿਬ ਨੇ ਕਿਹਾ ਹੋਵੇ ਕੀਰਤਨ ਸਦਾ ਬਸੋਆ ਤੇ ਮਹਾਰਾਜ ਵਿਸਾਖੀ ਨੂੰ ਆਏ। ਭਾਈ ਬਸੋਆ ਦਾ ਅਰਥ ਹੈ ਵੀ ਘਰ ਘਰ ਖੁਸ਼ੀ। ਇਹ ਜਿਹੜਾ ਸੀ ਨਾ ਵਿਸਾਖੀ, ਇਸ ਦਿਨ ਅਕਾਲ ਪੁਰਖ ਨੇ ਦੇਵਤਿਆਂ ਨੂੰ ਇਹ ਬਰ ਬਚਨ ਧਰਤੀ ਨੂੰ ਕਹੇ ਸੀ ਵੀ ਮੈਂ ਆਵਾਂਗਾ, ਹੁਣ ਮੈਂ ਸੰਸਾਰ ਦੇ ਉੱਤੇ ਜਿਹੜਾ ਹੈ ਸਰਗੁਣ ਰੂਪ ਧਾਰੂ। ਫਿਰ ਕਾਤਕ ਸੁਦੀ ਪੂਰਨਮਾਸੀ ਨੂੰ ਅਕਾਲ ਪੁਰਖ ਪਰਮੇਸ਼ਰ ਨੇ ਆਪਣਾ ਸਰੂਪ ਜਿਹੜਾ ਹੈ ਉਹ ਸੰਸਾਰ ਤੇ ਪ੍ਰਗਟ ਕੀਤਾ। ਤੇ ਇਸ ਗੱਲ ਦਾ ਅੰਦਾਜ਼ਾ ਕਿ ਜਿਹੜਾ ਇੱਕ ਬਹੁਤ ਟੈਕਨੀਕਲ ਗੱਲ ਹੈ, ਇਹਦੇ ਵਿੱਚ ਮੈਡੀਕਲ ਸਾਇੰਸ ਤੌਰ ਤੇ ਵੀ ਜਿਹੜੇ ਬੱਚੇ ਵੀ ਇਹ ਜਾਣਦੇ ਆ। ਦੇਖੋ ਜਦੋਂ ਮਾਤਾ ਦੇ ਉਦਰ ਵਿੱਚ ਬੱਚੇ ਦਾ ਵਜੂਦ ਬਣਦਾ ਹੈ ਨਾ, ਤਾਂ ਜਿਹੜਾ ਜਿਸ ਦਿਨ ਪਹਿਲਾ ਸਵਾਸ ਚੱਲਦਾ ਹੈ ਉਹ ਦਿਨ ਕਿਹੜਾ ਹੈ ਉਹਦੇ ਬਾਰੇ ਦੁਨੀਆ ਨੇ ਕੋਈ ਨਹੀਂ ਦੱਸ ਸਕਦਾ। ਤੇ ਉਹ ਜਿਵੇਂ ਤਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵਲ, ਇਹ ਗੁਰੂ ਮਹਾਰਾਜ ਨੇ ਦੱਸਿਆ। ਇਹ ਮਾਤਾ ਦੇ ਉਦਰ ਵਿੱਚ ਜਿਹੜਾ ਗੁਰੂ ਹੈ ਨਾ ਜੋਤ ਉਹ ਨਹੀਂ ਹੁੰਦੀ, ਪਰ ਉਹ ਜਿਹੜਾ ਸਾਡਾ ਵਜੂਦ ਬਣਿਆ ਸਰੀਰ ਦਾ, ਉਹ ਸਰੀਰ ਦਾ ਵਜੂਦ ਸੰਪੂਰਨ ਤਈ ਪ੍ਰਕਾਸ਼ ਹਮਾਰਾ ਕਿੱਦਾਂ ਮਤਲਬ ਹੋਇਆ ਉਹ ਦੱਸਿਆ ਵੀ ਪ੍ਰਾਗਰਾਜ ਸੀਗੇ। ਉਸ ਦਿਨ ਅਸੀਂ ਮਾਤਾ ਦੇ ਉਦਰ ਵਿੱਚ ਸਾਡੇ ਸਰੀਰ ਦਾ ਵਜੂਦ ਆਇਆ। ਤੇ ਇੱਥੇ ਅਕਾਲ ਪੁਰਖ ਪਰਮੇਸ਼ਰ ਨੇ ਕਿਹਾ ਇਹ ਬਰ ਬਚਨ ਦਿੱਤਾ ਵਿਸਾਖੀ ਦੇ ਦਿਨ ਤੇ, ਕਿ ਉਹ ਦਿਨ ਸੀ ਕਿ ਅਸੀਂ ਇਹ ਉਸ ਦਿਨ ਬਰ ਬਚਨ ਦੇਵਤਿਆਂ ਨੂੰ ਕਿ ਅਸੀਂ ਆਵਾਂਗੇ। ਇਹ ਬਰ ਬਚਨ ਉਸ ਦਿਨ ਜਿਹੜਾ ਸੀ ਇਹ ਦਿੱਤਾ ਹੈ। ਇਹ ਹੁਣ ਹਰ ਇੱਕ ਗ੍ਰੰਥ ਵਿੱਚੋਂ ਨਹੀਂ ਪਤਾ ਲੱਗਦਾ, ਇਹ ਪੁਰਾਤਨ ਗੁਰਮੁਖਾਂ ਦੀ ਗੱਲ ਹੈ। ਹੁਣ ਦਿਵਸ ਬਸੋਹਾ ਪਾਵਨ ਪ੍ਰੇਮ ਹਰੀ ਪਹਿਚਾਨ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿਣ ਲੱਗੇ, ਹੇ ਬਾਬਾ ਪ੍ਰੇਮ ਸਿੰਘ ਬੇਦੀ, ਇਹ ਤੁਸੀਂ ਜਾਣ ਲਓ ਉਸ ਦਿਨ ਪਵਿੱਤਰ ਦਿਹਾੜਾ ਵਿਸਾਖੀ ਸੀ। ਜਨਮ ਮਰਨ ਮਹਿ ਨਾਹੇ ਗੁਰ ਕਾਰਨ ਇਹੋ ਲਖ ਲੇਹ। ਤੇ ਇਹ ਕਾਰਨ ਜਾਣ ਲਓ ਕਿ ਜੋ ਗੁਰੂ ਹੈ ਨਾ ਉਹ ਜਨਮ ਮਰਨ ਵਿੱਚ ਨਹੀਂ ਆਉਂਦਾ। ਜਿਵੇਂ ਗੁਰਮੁਖੋ ਆਪਾਂ ਸੰਸਾਰ ਤੇ ਆਏ ਆ ਪੁੱਠੇ ਲੜ ਕੇ ਸੰਸਾਰ ਦੇ ਉੱਤੇ ਜਨਮ ਲਿਆ, ਇਸ ਤਰ੍ਹਾਂ ਜਿਹੜੀ ਗੁਰੂ ਹੈ ਨਾ ਉਹ ਇਉਂ ਨਹੀਂ ਜਨਮ, ਉਹ ਤਾਂ ਇੱਕ ਸਰੀਰਕ ਢਾਂਚਾ ਹੈ। ਬਾਕੀ ਤਾਂ ਜਿਹੜੀ ਰੂਹ ਹੈ ਨਾ ਉਹ ਜਨਮ ਮਰਨ ਤੋਂ ਗੁਰੂ ਜੋਤ ਰਹਿਤ ਹੈ। ਗੁਰੂ ਜਨਮ ਮਰਨ ਦੇ ਵਿੱਚ ਨਹੀਂ ਹੈ। ਕੇਵਲ ਪਰ ਉਪਕਾਰ ਹਿਤ ਧਾਰਤ ਹੈ ਗੁਰ ਦੇਹ।
ਉਹ ਤਾਂ ਕੇਵਲ ਪਰਉਪਕਾਰ ਦੇ ਵਾਸਤੇ ਗੁਰੂ ਰੂਪ ਹੋ ਕੇ ਸਰੀਰ ਜਿਹੜਾ ਹੈ ਕਾਲ ਪੁਰਖ ਨੇ ਧਾਰਿਆ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਕਹਿੰਦੇ ਭਾਈ ਪ੍ਰਥਮ ਮਹੱਲੇ ਮੰਗਲਾਚਰਨ ਪ੍ਰਸੰਗ ਵਰਣਨ ਨਾਮ ਪ੍ਰਥਮ ਮੰਦਰ ਹੈ। ਇੱਥੇ ਤੱਕ ਕਹਿੰਦੇ ਭਾਈ ਇਸ ਗੁਰਪੁਰ ਪ੍ਰਕਾਸ਼ ਗ੍ਰੰਥ ਦੇ ਪਹਿਲੇ ਮਹੱਲੇ ਦਾ ਮੰਗਲਾਚਰਨ ਰੂਪੀ ਇਹ ਪ੍ਰਸੰਗ ਜਿਹੜਾ ਹੈ ਇਹ ਵਰਣਨ ਕੀਤਾ ਹੈ। ਪ੍ਰਥਮ ਮੰਦਰ ਹੈ, ਜਾਣੋ ਕਿ ਪਹਿਲੇ ਮਹੱਲੇ ਦਾ ਵਿੱਚ ਪਹਿਲਾ ਘਰ ਹੈ। ਜਿਵੇਂ ਮਹੱਲਿਆਂ ਦੇ ਵਿੱਚ ਘਰ ਹੁੰਦੇ, ਪ੍ਰਸੰਗ ਰੂਪੀ ਪਹਿਲਾ ਭਾਈ ਘਰ ਹੈ ਦੋਹਰਾ। ਅੱਗੇ ਭਾਈ ਹੁਣ ਦੂਸਰਾ ਪ੍ਰਸੰਗ ਸ਼ੁਰੂ ਕਰਦੇ ਹਨ। ਦੂਜਾ ਘਰ ਇਸ ਪਹਿਲੇ ਮਹੱਲੇ ਦਾ। ਭੈ ਭੰਜਨ ਦੁਖ ਹਰਨ ਪ੍ਰਭ ਚਰਨ ਸਰੋਜ ਮਨਾਓ। ਮੰਗਲ ਕਰਦੇ ਨੇ। ਜਦੋਂ ਹੁਣ ਪਹਿਲਾਂ ਜਿਵੇਂ ਅੱਗੇ ਆਪਾਂ ਅਧਿਆਏ ਪੜ੍ਹਦੇ ਸੀ ਵੀ ਪਹਿਲਾ ਅਧਿਆਏ ਦੂਜਾ ਅਧਿਆਏ ਹਰੇਕ ਅਧਿਆਏ ਦੇ ਵਿੱਚ ਮੰਗਲ, ਇਹ ਉਸੇ ਤਰ੍ਹਾਂ ਇੱਕ ਤਰ੍ਹਾਂ ਦਾ ਅਧਿਆਏ ਜਾਣ ਲਓ ਜਾਂ ਇਹਨਾਂ ਨੂੰ ਇਨ ਗਿਆਨੀ ਜੀ ਨੇ ਮੰਦਰ ਕਿਹਾ ਵੀ ਪਹਿਲਾ ਪ੍ਰਸੰਗ ਆ ਗਿਆ। ਹੁਣ ਇਹ ਦੂਜਾ ਪ੍ਰਸੰਗ, ਉਹਦੇ ਵਿੱਚ ਸਭ ਤੋਂ ਪਹਿਲਾਂ ਦੋਹਰਾ ਉਚਾਰਨ ਕਰਦੇ ਹੋਏ ਮੰਗਲ ਕਰਦੇ ਆ। ਭੈ ਭੰਜਨ ਦੁਖ ਹਰਨ ਪ੍ਰਭ, ਜੋ ਅਕਾਲ ਪੁਰਖ ਵਾਹਿਗੁਰੂ ਸਾਰੇ ਡਰ ਭੈ ਨੂੰ ਭੰਜਨ ਨਾਸ਼ ਕਰਨ ਵਾਲਾ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਚਰਨ ਸਰੋਜ ਮਨਾਓ। ਸਰੋਜ ਭਾਵ ਕਮਲ, ਉਸ ਅਕਾਲ ਪੁਰਖ ਦੇ ਚਰਨ ਕਮਲਾਂ ਨੂੰ ਮਨਾਉਂਦਾ ਹਾਂ। ਜਾਹੇ ਕਿਰਪਾ ਤੇ ਸਹਿਲ ਹੀ ਗੁਰ ਯਸ ਸਿੰਧ ਤਰਾਓ। ਜਿਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹ ਸੌਖਿਆਂ ਹੀ ਜਿਹੜਾ ਗੁਰੂ ਜਸ ਰੂਪੀ ਸਮੁੰਦਰ ਹੈ, ਇਹ ਤੋਂ ਮੈਂ ਤਰਜਾਂ ਭਾਵੇਂ ਗੁਰੂ ਜਸ ਰੂਪੀ ਸਮੁੰਦਰ ਨੂੰ ਲਿਖ ਸਕਾਂ। ਆਹੋ ਬੰਸ ਕੇ ਭੂਖਨੰ ਬੇਦੀ ਸੁਭ ਮਤਵਾਨ। ਹੁਣ ਅੱਗੇ ਕਿਉਂਕਿ ਇਹਦੇ ਵਿੱਚ ਇਹ ਜਾਣਨਾ ਹੈ ਕਿ ਸੰਤਰੇਣ ਕਵੀ ਪ੍ਰੇਮ ਸਿੰਘ ਜੀ ਗੁਰੂ ਅੰਗਦ ਦੇਵ ਮਹਾਰਾਜ ਦੀ ਅੰਸ਼-ਬੰਸ਼ੀ ਕਥਾ ਸੁਣਾ ਰਹੇ ਹੈ, ਤੇ ਮੁੱਖ ਰੂਪ ਦੇ ਵਿੱਚ ਜਿੱਥੇ ਹੋਰ ਸਰੋਤੇ ਨੇ ਉੱਥੇ ਬਾਬਾ ਪ੍ਰੇਮ ਸਿੰਘ ਜੀ ਬੇਦੀ ਉਹ ਕਥਾ ਸੁਣ ਰਹੇ ਆ। ਉਹਨਾਂ ਨੂੰ ਮੁੱਖ ਰੱਖ ਕੇ ਜਿਹੜਾ ਹੈ ਉਹ ਕਥਾ ਇਹ ਲਿਖ ਰਹੇ ਨੇ। ਆਹੋ ਬੰਸ ਕੇ ਭੂਖ ਨੰਗ ਬੇਦੀ ਸ਼ੁਭ ਮਤਵਾਨ। ਹੇ ਬੇਦੀ ਮਤ ਦੇ ਗਹਿਣਾ ਸਰੂਪ ਬਾਬਾ ਪ੍ਰੇਮ ਸਿੰਘ ਬੇਦੀ ਸ਼ੁਭ ਮਤ ਵਾਲੇ, ਸੁਨੋ ਕਥਾ ਅਬ ਜਨਮ ਕੀ ਓ ਜਸ ਬੰਸ ਮਹਾਨ। ਕਹਿੰਦੇ ਹੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਵੇਦ ਮਤ ਦੇ ਬੇਦੀ ਮਤ ਦੇ ਗਹਿਣਾ ਸਰੂਪ ਮੁਖ, ਉਹਨਾਂ ਦੇ ਅਵਤਾਰ ਜਨਮ ਦੀ ਜਿਹੜੀ ਕਥਾ ਓ ਜਸ ਬੰਸ ਤੇ ਬਾਕੀ ਉਹਨਾਂ ਦੀ ਬੰਸ ਦਾ ਜੋ ਮਹਾਨ ਜਸ ਹੈ ਉਹ ਅੱਗੇ ਸਰਵਣ ਕਰੋ। ਓੰਕਾਰ ਆਕਾਰ ਕਰ ਕੀਨੋ ਬਹੁ ਵਿਸਥਾਰ। ਓੰਕਾਰ ਅਕਾਲ ਪੁਰਖ ਨੇ ਇਹ ਭਾਈ ਕਿੰਨੇ ਤਰ੍ਹਾਂ ਦੇ ਆਕਾਰ ਬਣਾ ਕੇ ਬੇਅੰਤ ਸ੍ਰਿਸ਼ਟੀ ਦਾ ਵਿਸਥਾਰ ਕੀਤਾ। ਅੰਤ ਨਾ ਕੋ ਲੈ ਸਕਿਓ ਜਾਣੈ ਸਿਰਜਨਹਾਰ। ਤੇ ਉਸ ਦੀ ਸ੍ਰਿਸ਼ਟੀ ਦਾ ਉਹਦੀ ਕੁਦਰਤ ਦਾ ਕੋਈ ਵੀ ਅੰਤ ਨਹੀਂ ਲੈ ਸਕਿਆ। ਉਹ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਆਪ ਹੀ ਜਾਣਦਾ ਹੈ। ਚੌਪਈ ਜਬ ਪਹਿਲੇ ਪ੍ਰਭ ਸ੍ਰਿਸ਼ਟ ਬਨਾਈ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਵੀ ਇਹ ਗੱਲ ਪ੍ਰਮਾਤਮਾ ਵੱਲੋਂ ਕਹੀ ਹੈ ਕਿ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ। ਉਸੇ ਭਾਵ ਨੂੰ ਬਚਿੱਤਰ ਨਾਟਕ ਦੀ ਬਾਣੀ ਤੋਂ ਹੀ ਇਸ ਭਾਵ ਲੈ ਕੇ ਜੋ ਸੰਤਰੇਣ ਪ੍ਰੇਮ ਸਿੰਘ ਜੀ ਲਿਖਦੇ ਨੇ ਕਿ ਜਬ ਪਹਿਲੇ ਪ੍ਰਭ ਸ੍ਰਿਸ਼ਟ ਬਣਾਈ। ਜਦੋਂ ਭਾਈ ਪਰਮੇਸ਼ਰ ਨੇ ਪਹਿਲਾਂ ਸ੍ਰਿਸ਼ਟੀ ਦੀ ਰਚਨਾ ਕੀਤੀ, ਦਾਨਵ ਦੇਵ ਰਚੇ ਸਮੁਦਾਈ। ਜਿੰਨੇ ਵੀ ਰਾਕਸ਼ ਕੀ ਦੇਵਤੇ ਕੀ
ਸਾਰੇ ਵਾਹਿਗੁਰੂ ਪਰਮੇਸ਼ਰ ਨੇ ਔਰ ਸਭ ਦੀ ਰਚਨਾ ਕੀਤੀ। ਤਾ ਮੈਂ ਨਰਪਤ ਏਕ ਬਨਾਇਓ, ਤੇ ਇਹਨਾਂ ਦੇ ਵਿੱਚ ਨਰਪਤ ਨਰਾਂ ਦਾ ਪਤੀ ਇੱਕ ਸਾਰਿਆਂ ਦਾ ਬਣਾਇਆ। ਕਾਲ ਸੈਨ ਤਹਿ ਨਾਮ ਕਹਾਇਓ, ਉਹਦਾ ਨਾਂ ਕਾਲ ਸੈਨ ਸੀ, ਉਹ ਨਾਮ ਕਹਾਇਆ। ਸੂਰਜ ਭਏ ਬੰਸ ਤਿਨ ਮਾਹੀ, ਕਹਿੰਦੇ ਨਾ ਜੀ ਜਿਹੜੀ ਬੰਸ ਸੀ ਉਹ ਸੂਰਜ ਬੰਸ ਹੋ ਗਈ। ਸੂਰਜ ਭਏ, ਇਹਨਾਂ ਦੀ ਬੰਸ ਵਿੱਚ ਸੂਰਜ ਹੋਇਆ। ਮਾਰ ਤੰਡ ਸੋ ਬੰਸ ਕਹਾਈ, ਇਹ ਗੱਲ ਪੂਰੀ ਵਿਸਥਾਰ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਮੁਖੋ 10ਵੇਂ ਗ੍ਰੰਥ ਦੀ ਪਾਵਨ ਬਾਣੀ ਵਿਚਿੱਤਰ ਨਾਟਕ ਦੇ ਵਿੱਚ ਪੂਰੇ ਵਿਸਥਾਰ ਨਾਲ ਲਿਖੀ ਹੋਈ ਹੈ। ਕਹਿੰਦੇ ਮਾਰ ਤੰਡ ਸੋ ਬੰਸ ਕਹਾਈ, ਇਸ ਕਰਕੇ ਫਿਰ ਇਹ ਜਿਹੜੀ ਬੰਸ ਸੀ ਇਹ ਸੂਰਜ ਬੰਸੀ ਹੋਏ। ਮਾਰ ਤੰਡ ਸੂਰਜ ਨੂੰ ਕਹਿੰਦੇ ਆ। ਇਹ ਭਾਈ ਸੂਰਜ ਬੰਸੀ ਕਹਾਏ। ਨਰਪਤ ਰਗ ਤਾਹੇ ਮਹਿ ਭਇਓ, ਫਿਰ ਇਹਨਾਂ ਦੇ ਵਿੱਚ ਹੀ ਰਘੂਰਾ ਜਿਹੜਾ ਹੈ ਰਘੂਪਤ ਰਾਜਾ ਜਿਹੜਾ ਉਹ ਸੂਰਜ ਬੰਸ ਦੇ ਵਿੱਚ ਹੋਇਆ। ਰਗ ਬੰਸ ਇਸ ਹੀ ਕੋ ਕਹਿਓ, ਉਹ ਤੋਂ ਉਹਦੇ ਨਾਮ ਤੇ ਫਿਰ ਇਹਦੇ ਵਿੱਚੋਂ ਸੂਰਜ ਬੰਸੀਆਂ ਵਿੱਚੋਂ ਹੀ ਰਘੂਵੰਸ਼ ਜੋ ਭਗਵਾਨ ਰਾਮਚੰਦਰ ਜੀ ਦੀ ਕਹਿੰਦੇ ਰਘੂਵੰਸ਼, ਉਹ ਇਸੇ ਵਿੱਚੋਂ ਹੀ ਕਹਿੰਦੇ ਰਘੁਵੰਸ਼ ਇਹਦੇ ਵਿੱਚ ਹੀ ਭਾਈ ਹੋਇਆ। ਦਸ਼ਰਥ ਰਾਏ ਏਕ ਤਬ ਭਇਓ, ਫਿਰ ਇੱਕ ਸਮਾਂ ਪਾ ਕੇ ਦਸ਼ਰਥ ਭਗਵਾਨ ਰਾਮਚੰਦਰ ਜੀ ਦੇ ਪਿਤਾ, ਉਹ ਕਹਿੰਦੇ ਦਸ਼ਰਥ ਰਾਜਾ ਇੱਕ ਹੋਇਆ। ਵੇਦ ਆਤਮਜ ਤਿਨ ਤੇ ਥਇਓ, ਇਸ ਤਰ੍ਹਾਂ ਵੇਦ ਆਤਮਜ, ਆਤਮਜ ਕਹਿੰਦੇ ਨੇ ਚਾਰ ਨੂੰ, ਆਤਮਜ ਕਹਿੰਦੇ ਪੁੱਤਰਾਂ ਨੂੰ, ਵੇਦ ਦਾ ਅਰਥ ਇੱਥੇ ਆ ਗਿਆ ਚਾਰ। ਕਹਿੰਦੇ ਉਹਨਾਂ ਤੋਂ ਅੱਗੇ ਚਾਰ ਪੁੱਤਰ ਹੋਏ। ਰਾਮਚੰਦਰ ਤ੍ਰੇਤਾ ਅਵਤਾਰ, ਜਿਨ੍ਹਾਂ ਦੇ ਵਿੱਚ ਇੱਕ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਹੋਏ। ਲਖਨ ਸੋ ਭਰਤ ਸ਼ਤਰੁਘਨ ਚਾਰ, ਦੂਜੇ ਲਖਨ ਲਛਮਣ, ਤੀਜਾ ਭਰਤ ਤੇ ਚੌਥਾ ਸ਼ਤਰੁਘਨ, ਇਹ ਚਾਰ ਹੋਏ। ਰਾਮਚੰਦਰ ਕੇ ਸੁਤ ਭਏ ਦੋ, ਭਗਵਾਨ ਰਾਮਚੰਦਰ ਦੇ ਅੱਗੇ ਦੋ ਪੁੱਤਰ ਹੋਏ। ਲਵੀ ਕੁਸ਼ੂ ਪ੍ਰਗਟ ਜਗ ਹੋ, ਜਿਨ੍ਹਾਂ ਦੇ ਨਾਂ ਲਵੀ ਤੇ ਕੁਸ਼ ਇਹ ਜਗਤ ਵਿੱਚ ਪ੍ਰਗਟ ਹੋਏ। ਕੁਸ਼ੂ ਬੰਸ ਬੇਦੀ ਕੋ ਜਨਿਓ, ਤੇ ਇਹ ਜਾਣੋ ਵੀ ਜਿਹੜਾ ਕੁਸ਼ੂ ਬੰਸ, ਕੁਸ਼ੂ ਦੀ ਅੱਗੇ ਅੰਸ਼ ਬਾਂਸ ਹੌਲੀ ਹੌਲੀ ਫਿਰ ਇਹਨਾਂ ਚੋਂ ਜਿਨ ਵੇਦ ਪਠਿਓ ਤਿਨ ਬੇਦੀ ਕਹਾਇਓ, ਜੋ 10ਵੇਂ ਪਾਤਸ਼ਾਹ ਨੇ ਕਹਿੰਦੇ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਹਿ, ਇੱਕ ਬੰਸ ਹੈ ਇਹ ਅੱਗੇ। ਉਹ ਕੁਸ਼ੂ ਤੋਂ ਅੱਗੇ ਚੱਲਣੀ ਵੇ ਬੇਦੀ ਬੰਸ, ਉਹਨਾਂ ਤੋਂ ਅੱਗੇ ਕਹਿੰਦੇ ਜਾਣੋ ਤ੍ਰੇਹਣ ਬੰਸ ਲਖਨ ਕਉ ਮਨੀਓ, ਤੇ ਜਿਹੜੀ ਤ੍ਰੇਹਣ ਬੰਸ ਹੈ ਇਹ ਭਗਵਾਨ ਰਾਮਚੰਦਰ ਦੇ ਭਰਾ ਲਛਮਣ, ਉਹਨਾਂ ਤੋਂ ਅੱਗੇ ਉਹਦੇ ਨਾਮ ਤੇ ਬੰਸ ਚੱਲੀ। ਲਖਣ ਬੰਸ ਤੋਂ ਅੱਗੇ ਹੌਲੀ ਹੌਲੀ ਇਹ ਕਹਿੰਦੇ ਲਖਣ ਤੋਂ ਤ੍ਰੇਹਣ ਬੰਸ ਮੰਨ ਲਓ। ਭਰਤ ਬੰਸ ਭੱਲੇ ਜਗ ਹੋਏ, ਜਿਹੜੇ ਭੱਲਾ ਹੈ ਭੱਲੇ ਇਹ ਭਾਈ ਭਰਤ ਸੀ ਜੋ ਉਹਦੀ ਬੰਸ ਵਿੱਚੋਂ ਭੱਲੇ ਜਗਤ ਵਿੱਚ ਹੋਏ। ਸੋਢੀ ਬੰਸ ਲਵ ਹੀ ਕੋ ਸੋਹੇ, ਜਿਹੜੀ ਸੋੜ ਬੰਸ ਹੈ ਇਹ ਭਗਵਾਨ ਰਾਮ ਦੇ ਪੁੱਤਰ ਲਵੀ ਤੋਂ ਅੱਗੇ ਭਾਈ ਗਾਂ ਦੀ ਗਾਂ ਹੌਲੀ ਹੌਲੀ ਵੱਧਦੇ ਸੋਭਦੀ ਹੈ। ਵੇਦ ਬੰਸ ਕੇ ਨ੍ਰਿਪ ਦਿਸ ਚਾਰੂ, ਤੋ ਇਹ ਚਾਰੇ ਬੰਸਾਂ ਦੇ ਰਾਜੇ ਚਾਰੇ ਦਿਸ਼ਾ ਵਿੱਚ ਭੋਗੈ ਰਾਜ ਸੋ ਬਹੁ ਪ੍ਰਕਾਰੂ, ਇਹਨਾਂ ਨੇ ਭਾਈ ਬਹੁਤ ਪ੍ਰਕਾਰ ਦਾ ਰਾਜ ਭੋਗਿਆ। ਕਰਮ ਕਾਲ ਐਸੇ ਤਬ ਭਇਓ, ਫਿਰ ਕਰਮ ਸਮੇਂ ਦਾ ਚੱਕਰ ਐਸਾ ਹੋਇਆ। ਰਾਜ ਬੰਸ ਤੇ ਸਭ ਮਿਟ ਗਇਓ,
ਹੌਲੀ ਹੌਲੀ ਸਮਾਂ ਵੱਧਦਾ ਗਿਆ, ਬਦਲਦਾ ਗਿਆ। ਇਹਨਾਂ ਬੰਸਾਂ ਵਿੱਚੋਂ ਰਾਜ ਖਤਮ ਹੋ ਗਿਆ। ਦੇਸ਼ ਪੰਜਾਬ ਸਭਨ ਸਿਰ ਮੌਰ। ਤੋ ਦੇਸ਼ ਪੰਜਾਬ ਜੋ ਸਾਰਿਆਂ ਵਿੱਚੋਂ ਸਰਮੌਰ ਦੇਸ਼ ਹੈ। ਤਾਂ ਮੈਂ ਸ਼ੁਭ ਤਲਵੰਡੀ ਠੌਰ। ਇਸ ਪੰਜਾਬ ਦੇਸ਼ ਦੇ ਵਿੱਚ ਇੱਕ ਭਾਈ ਬਹੁਤ ਚੰਗੀ ਸ਼ੋਭ ਸਥਾਨ ਤਲਵੰਡੀ ਰਾਏ ਭੋਏ, ਜਿਸ ਨੂੰ ਕਿ ਨਨਕਾਣਾ ਸਾਹਿਬ ਜੋ ਹੈ ਅੱਜ ਕੱਲ, ਜੋ ਇਹ ਸਥਾਨ ਛਤਰਪਤੀ ਤਹਿ ਰਾਏ ਬੁਲਾਰੂ। ਉਥੇ ਰਾਏ ਬੁਲਾਰ ਨਾਮ ਦਾ ਰਾਜਾ ਤਲਵੰਡੀ ਦਾ ਜੋ ਛਤਰਪਤੀ ਮੁਖੀ, ਤਾਹੇ ਮੰਤਰੀ ਬਾਬਾ ਕਾਰੂ। ਤੋ ਉਹਦੇ ਮੁੱਖ ਮੰਤਰੀ ਪਟਵਾਰੀ ਸਾਰੇ ਸਲਾਹਕਾਰ ਜੋ ਮੁੱਖ ਸਨ, ਉਹ ਸੀ ਬਾਬਾ ਕਲਿਆਣ ਦਾਸ ਮਹਿਤਾ, ਬਾਬਾ ਕਾਲੂ ਜੀ। ਬੇਦੀ ਬੰਸ ਵਿਖੇ ਪੁਨ ਧਾਮ। ਜੋ ਬੇਦੀ ਬੰਸ ਦੇ ਵਿੱਚ ਇਸ ਤਰ੍ਹਾਂ ਬੇਦੀ ਬੰਸ ਹੈ, ਉਥੇ ਉਹਨਾਂ ਦਾ ਤਲਵੰਡੀ ਘਰ, ਉਸ ਘਰ ਦੇ ਵਿੱਚ ਬੇਦੀ ਬੰਸ ਵਿਖੇ ਪੁਨ ਧਾਮ, ਉਸ ਘਰ ਵਿੱਚ ਮਹਿਲ ਤੈਨੂੰ ਕੇ ਤ੍ਰਿਪਤਾ ਨਾਮ। ਜੋ ਉਹਨਾਂ ਦੇ ਮਹਿਲ ਬਾਬਾ ਕਾਲੂ ਜੀ ਦੇ ਧਰਮ ਪਤਨੀ, ਜਿਨ੍ਹਾਂ ਦਾ ਨਾਮ ਮਾਤਾ ਤ੍ਰਿਪਤਾ ਹੈ। ਮਾਤਾ ਤ੍ਰਿਪਤਾ ਬਾਬਾ ਕਾਲੂ। ਮਾਤਾ ਤ੍ਰਿਪਤਾ ਜੀ ਤੇ ਬਾਬਾ ਕਾਲੂ ਜੀ ਪੂਰਬ ਜਨਮ ਤਪ ਕੀਨ ਵਿਸਾਲੂ। ਇਹਨਾਂ ਨੇ ਕਹਿੰਦੇ ਪਿਛਲੇ ਜਨਮ ਦੇ ਵਿੱਚ ਬਹੁਤ ਜ਼ਿਆਦੇ ਤਪ ਕੀਤਾ ਸੀ। ਜਿਨ ਕੋ ਤਪ ਜਗਦੀਸ਼ਹਿ ਭਾਇਓ। ਤੇ ਜਿਨ੍ਹਾਂ ਦਾ ਇਹ ਕੀਤਾ ਹੋਇਆ ਤਪ ਜਗਤ ਈਸ਼ਵਰ ਵਾਹਿਗੁਰੂ ਪਰਮੇਸ਼ਰ ਨੂੰ ਭਾ ਗਿਆ। ਜਨਮ ਸਮੈ ਗੁਰ ਨਾਨਕ ਆਇਓ। ਤਾਂ ਫਿਰ ਜਦੋਂ ਅੱਗੇ ਔਲਾਦ ਬੱਚਾ ਹੋਣਾ ਤਾਂ ਉਹ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਅਵਤਾਰ ਧਾਰਿਆ। ਹੁਕਮ ਭਇਓ ਪਵਨ ਕੋ ਤਬ ਹੀ। ਤੇ ਉਸ ਸਮੇਂ ਭਾਈ ਜਿਹੜਾ ਪਵਨ ਸੀ, ਪਵਨ ਦੇਵਤਾ, ਪਵਨ ਹਵਾ ਕਹਿੰਦੇ, ਉਸ ਨੂੰ ਫਿਰ ਹੁਕਮ ਹੋਇਆ, ਮਾਤਾ ਜਠਰ ਪ੍ਰਵੇਸ਼ੋ ਆਵਹੀ, ਕਿ ਮਾਤਾ ਦੇ ਜਠਰ ਅਗਨੀ ਵਿੱਚ ਹੁਣ ਪ੍ਰਵੇਸ਼ ਹੋ ਜਾਵੋ। ਪਵਨ ਸੋ ਉਦਰਹਿ ਕੀਨ ਨਿਵਾਸੂ। ਉਸ ਪਵਨ ਨੇ ਮਾਤਾ ਦੇ ਉਦਰ ਵਿੱਚ ਨਿਵਾਸ ਕਰ ਲਿਆ। ਬੰਸ ਬੇਦੀਆਂ ਭੜਿਓ ਹੁਲਾਸੂ। ਤੇ ਬੇਦੀਆਂ ਦੀ ਬੰਸ ਵਿੱਚ ਬਹੁਤ ਹੀ ਹੁਲਾਸ, ਉਤਸ਼ਾਹ ਜਿਹੜਾ ਹੈ ਉਹ ਵੱਧ ਗਿਆ। ਸਭ ਜਗ ਮਹਿ ਭਾ ਆਨੰਦ ਵਿਸਾਲਾ। ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਹੋਣਾ ਸੀ, ਉਦੋਂ ਦੇਖੋ ਕੁਦਰਤ ਕਿੰਨੀ ਅਨੁਕੂਲ ਹੋਈ ਕਿ ਸਾਰੇ ਜਗਤ ਵਿੱਚ ਬਹੁਤ ਖੁਸ਼ੀਆਂ, ਭਾਵ ਸਾਰੀ ਜਗ੍ਹਾ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ, ਆਨੰਦ ਵੱਧ ਗਿਆ। ਧਰਮ ਕਰਮ ਨਰ ਲੱਗੇ ਸੋ ਢਾਲਾ। ਤੇ ਜਿਹੜੇ ਲੋਕ ਸੀ ਉਹਨਾਂ ਦੇ ਅੰਦਰ ਆਪੇ ਹੀ ਧਰਮ ਦੀ ਰੁਚੀ ਵਧਣ ਲੱਗ ਪਈ। ਧਰਮ ਕਰਮ ਇਉਂ ਲੋਕ ਕਰਨ ਲੱਗੇ, ਢਲ ਗਏ। ਸੀਤ ਸੁਗੰਧਤ ਮੰਦ ਸਮੀਰਾ। ਗੁਰੂ ਨਾਨਕ ਦੇ ਪਾਤਸ਼ਾਹ ਦਾ ਜਦੋਂ ਅਵਤਾਰ ਹੋਣਾ ਤਾਂ ਉਸ ਸਮੇਂ ਭਾਈ ਠੰਡੀ ਹਵਾ ਚੱਲਣ ਲੱਗ ਪਈ। ਬਹੁਤ ਸੁਗੰਧ, ਮੰਦ ਕੀ ਵੀ ਤੇਜ਼ ਨਹੀਂ ਸੀ, ਹੌਲੀ ਹੌਲੀ। ਸਮੀਰਾ, ਸਮੀਰ ਨਾਮ ਹੈ ਹਵਾ ਦਾ। ਬੜੀ ਸੁਗੰਧਤ, ਠੰਡੀ ਔਰ ਹੌਲੀ ਹੌਲੀ ਹਵਾ ਚੱਲਦੀ। ਚੱਲੈ ਜੋ ਹਰ ਹੀ ਸਭ ਬਿਦ ਪੀਰਾ। ਇਸ ਤਰ੍ਹਾਂ ਚੱਲਦੀ ਜਿਵੇਂ ਸਾਰਿਆਂ ਦੀ ਪੀੜਾ ਜਿਹੜੀ ਸੀ ਉਹ ਦੂਰ ਹੁੰਦੀ। ਬਾਦਰ ਆਵੇ ਭਰ ਭਰ ਬਾਰੀ। ਬੱਦਲ ਜਿਹੜੇ ਨੇ ਉਹ ਪਾਣੀ ਭਰ ਭਰ ਕੇ ਜਲ ਨਾਲ ਆ ਰਹੇ ਨੇ। ਬਰਖੈ ਨਰ ਇੱਛਾ ਅਨੁਸਾਰੀ। ਤੇ ਉਨੀ ਕੁ ਵਰਖਾ ਕਰਦੇ ਜਿੰਨੀ ਲੋਕਾਂ ਨੂੰ ਲੋੜ ਹੈ। ਇਸ ਤਰ੍ਹਾਂ ਕੁਦਰਤ ਜਿਹੜੀ ਅਨੁਕੂਲ ਹੋਈ, ਕਿਉਂਕਿ ਜਦੋਂ ਗੁਰਮੁਖੋ ਅਕਾਲ ਪੁਰਖ ਨੇ ਆਉਣਾ ਹੋਵੇ, ਕੁਦਰਤ ਤਾਂ ਉਹਦੀ ਨੌਕਰ ਹੈ, ਉਹਨੇ ਤਾਂ ਫਿਰ ਅੱਗੇ ਸਾਰਾ ਕੁਝ ਕਰਨਾ ਹੀ ਹੈ।
ਲੋਕਾਂ ਦੀ ਇੱਛਾ ਦੇ ਅਨੁਸਾਰ ਵਰਖਾ ਕਰਦੇ। ਫੁੱਲ ਹੈ ਫਲ ਹੈ ਬ੍ਰਿਖ ਸਮਦਾਈ। ਜਿੰਨੇ ਵੀ ਦਰਖਤ ਸਨ ਉਹ ਭਾਈ ਪੂਰੇ ਫੁੱਲੇ ਫਲ ਗਏ। ਜਨ ਆਨੰਦਤ ਬਾਹਰ ਆਈ। ਤੇ ਜਾਣੂ ਜਿਹੜੀ ਆਨੰਦਤ ਸੀ ਸਾਰੀ ਹੋਈ ਖੁਸ਼ੀਆਂ ਬਾਹਰ ਆ ਗਈਆਂ। ਚਿਤ ਸੋਹਤ ਧਰ ਨਭ ਸਭ ਜਾਈ। ਜਿਹੜੀ ਖੇਤੀ ਸੀ ਉਹ ਸਾਰੀ ਧਰਤੀ ਦੇ ਉੱਤੇ ਨੌਖੰਡ ਸਭ ਸੋਹਣ ਲੱਗ ਪਈ, ਹਰੀਆਂ ਭਰੀਆਂ ਹੋਈਆਂ। ਜਹ ਔਰ ਸਭ ਕੇ ਅਦਕ ਵਧਾਈ। ਤੋ ਸਾਰਿਆਂ ਦੇ ਹਿਰਦੇ ਵਿੱਚ ਬੇਅੰਤ ਵਧਾਈਆਂ ਹੋਈਆਂ। ਆਸ ਜਬ ਬੀਤ ਗਏ ਕਛ ਮਾਸਾ। ਇਉਂ ਜਦੋਂ ਭਾਈ ਕੁਝ ਮਹੀਨੇ ਜਿਹੜੇ ਹਨ ਉਹ ਬੀਤ ਗਏ। ਸਰਦ ਸੁੰਦਰੀ ਇੰਦ ਪ੍ਰਕਾਸ਼ਾ। ਤੇ ਸੋਹਣੀ ਸਿਆਲ ਰੂਪੀ ਸਰਦ ਰੁੱਤ ਦੇ ਵਿੱਚ ਇੰਦ ਭਾਵ ਸੋਹਣੀ ਸਿਆਲ ਦੀ ਰੁੱਤ ਸ਼ੁਰੂ ਹੋਈ। ਇੰਦ ਪ੍ਰਕਾਸ਼ਾ ਸੋਹਣਾ ਚੰਦਰਮਾ ਦਾ ਪ੍ਰਕਾਸ਼ ਹੋਣ ਲੱਗਿਆ। ਹੁਣ ਉਹ ਸਮਾਂ ਕਹਿੰਦੇ ਕਾਤਕ ਸੁਦੀ ਦਾ ਪੂਰਨਮਾਸੀ ਦਾ ਆਇਆ, ਜਦੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਕੱਲ ਨੂੰ ਆਪਾਂ ਇੱਥੋਂ ਅੱਗੇ ਕਥਾ ਜਿਹੜੀ ਹੈ ਉਹ ਪੜਾਂਗੇ। ਹੁਣ ਸਮਾਂ ਹੋ ਗਿਆ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।